Guru Vai 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 Guru गुरु जी की साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरमुख प्यारिओ जो आपां नूं गुरबाणी गुरु विच सतगुरां ने उपदेश बख्शिश कीता है, साडे मन नूं सोझी दिंदे, इहनूं ज्ञान दिंदे। हुण जो इनू ज्ञान दिता जा रहा है साडे मन नूं, इनू ब्रह्म का ज्ञान कहते, ब्रह्म विद्या। ब्रह्म कहते परमात्मा नूं, निरंकार नूं, वाहिगुरू नूं ब्रह्म आखे। हुण जे सानू ब्रह्म का ज्ञान हो जाता, साडा जिहड़ा मन है ये फिर शीतल हो जाता है, ठंडा हो जाता। जे हुण सानू ये ब्रह्म का ज्ञान नहीं हुंदा, कला असीं वारी ज्ञान इकट्ठा कीती जांदे, फिर महाराज कहते भी जीव ज्ञान दीयां गल्लां करदा, नाले ज्ञान नूं कथदा, पर कद कद के फिर दुखी हुंदा, फिर दुविधा च पैंदा ते फिर लड़ाइयां झगड़े करदा। महाराज फरमाउंदे ज्ञान ज्ञान कथे सब कोई, कथ कथ बाद करे दुख होई। बे ज्ञान ज्ञान कहंदा तां है, पर जे सानू ब्रह्म का ज्ञान नहीं, फिर ज्ञान साडे लई दुख का कारण बन जाएगा। फिर असीं दुविधा वस चले जावांगे, ये ज्ञान की साडे अंदर होर हौमे होर हंकार पैदा हो जाएगा। हुण महाराज कहंदे भी ज्ञान जे ब्रह्म का है तो सानू सुख दे, साडा मन शीतल हो जाएगा, ठंडा हो जाएगा।
ਜੇ ਤਾਂ ਬ੍ਰਹਮ ਦਾ ਗਿਆਨ, ਜੇ ਵਾਰੀ ਗਿਆਨ ਹੈ ਫਿਰ ਉਹਦੇ ਨਾਲ ਅਸੀਂ ਹੋਰ ਦੁੱਖ ਪੈਦਾ ਕਰ ਲਾਂਗੇ। ਮਹਾਰਾਜ ਫਰਮਾਉਂਦੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੀ ਉਦਕ ਸਮਾਨ। ਬਈ ਜੈਸ ਦੁਰਮਤ ਦੀ ਅਗਨ ਦੇ ਵਿੱਚ ਸਾਰਾ ਜੱਗ ਸੜ ਰਿਹਾ, ਜੇ ਸਾਡੇ ਮਨ ਨੂੰ ਬ੍ਰਹਮ ਦਾ ਗਿਆਨ ਹੋ ਜੇ ਫਿਰ ਇਹ ਠੰਡਾ ਤੇ ਸੀਤਲ ਹੋ ਜਾਂਦਾ। ਫਿਰ ਇਹਨੂੰ ਭੇਦ ਆ ਜਾਂਦਾ ਵੀ ਸਾਰੇ ਬ੍ਰਹਮ ਹੀ ਬ੍ਰਹਮ ਹੈ। ਫਿਰ ਇਹਦਾ ਜਿਹੜਾ ਭਰਮ ਉਹ ਭਰਮ ਖਤਮ ਹੋ ਜਾਂਦਾ, ਤਾਂ ਕਰਕੇ ਇਹਦਾ ਮਨ ਸੀਤਲ ਠੰਡਾ ਹੋ ਜਾਂਦਾ। ਫਿਰ ਇਹ ਕਿਸੇ ਨਾਲ ਵੀ ਵਾਦ ਵਿਵਾਦ ਨਹੀਂ ਕਰਦਾ, ਦੁਵਿਧਾ 'ਚ ਨਹੀਂ ਪੈਂਦਾ। ਇਹੋ ਮਾਰੇ ਸਮਝਾਉਂਦੇ, ਵਾਹ ਵਾਹ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾ। ਬਈ ਜਿੰਨੇ ਵੀ ਘਟ ਨੇ ਸਭਨਾਂ ਦੇ ਵਿੱਚ ਬ੍ਰਹਮ ਹੀ। ਹੁਣ ਜੇ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਏਗਾ ਤਾਂ ਸਾਡਾ ਮਨ ਸੀਤਲ ਹੋਏਗਾ। ਜੇ ਸਾਨੂੰ ਨਹੀਂ ਬ੍ਰਹਮ ਦਾ ਗਿਆਨ ਫਿਰ ਅਸੀਂ ਫਿਰ ਦੁਵਿਧਾ ਖੜੀ ਕਰ ਲਾਂਗੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਗਿਆਨ ਉਹ ਹੈ ਜਿਹਦੇ ਦੁਆਰਾ ਅਸੀਂ ਮੁਕਤ ਹੋ ਜਾਈਏ। ਗਿਆਨ ਉਹ ਹੈ ਜਿਹਦੇ ਨਾਲ ਸਾਡਾ ਮਨ ਠੰਡਾ ਹੋ ਜੇ, ਸੀਤਲ ਹੋ ਜੇ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਐਸਾ ਹੀ ਗਿਆਨ, ਜਿਹੜੇ ਗਿਆਨੀ ਉਹਨਾਂ ਨੇ ਫਿਰ ਇਹ ਗਿਆਨ ਸਾਨੂੰ ਅੱਗੇ ਦੇਣ ਬਈ ਕਿਵੇਂ ਅਸੀਂ ਜੀਵਨ ਮੁਕਤ ਹੋਈਏ, ਕਿਵੇਂ ਸਾਡੇ ਮਨ ਠੰਡੇ ਹੋਣ, ਕਿਵੇਂ ਸੀਤਲ ਹੋਣ। ਮਹਾਰਾਜ ਫਰਮਾਉਂਦੇ, ਐਸਾ ਕਰੋ ਵਿਚਾਰ ਗਿਆਨੀ, ਜਾਦੇ ਪਾਈਏ ਪਦ ਨਿਰਵਾਨੀ। ਬਈ ਗਿਆਨੀਆਂ ਨੇ ਉਹ ਵਿਚਾਰ ਕਰਨੀ ਜਿਹਦੇ ਨਾਲ ਅਸੀਂ ਜੀਵਨ ਮੁਕਤ ਹੋ ਜਾਈਏ, ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏ। ਮਹਾਰਾਜ ਕਹਿੰਦੇ, ਐਸਾ ਗਿਆਨ ਕਥੀ ਕੋਈ, ਜਾਦੇ ਮੁਕਤ ਪਰਮ ਗਤ ਹੋਈ। ਜਿਹਦੇ ਨਾਲ ਸਾਡੀ ਪਰਮ ਗਤੀ ਹੋ ਜਾਣ, ਜਿਹਦੇ ਨਾਲ ਸਾਡੇ ਮਨਾਂ ਦੇ ਵਿੱਚੋਂ ਦੁਵਿਧਾ ਖਤਮ ਹੋ ਜਾਣ, ਵੈਰ ਵਿਰੋਧ ਖਤਮ ਹੋ ਜਾਣ, ਉਹ ਗਿਆਨ ਹੈ ਬ੍ਰਹਮ ਦਾ, ਸੱਚ ਦਾ, ਜੋ ਸਤਿਗੁਰੂ ਸਾਨੂੰ ਗੁਰਬਾਣੀ ਗੁਰੂ ਰਾਹੀਂ ਸਾਰਾ ਇਹ ਗਿਆਨ ਬਖਸ਼ਿਸ਼ ਕਰ। ਇਹ 1430 ਅੰਗ ਗੁਰਬਾਣੀ ਗੁਰੂ, ਇਹ ਸਾਰਾ ਬ੍ਰਹਮ ਦਾ ਗਿਆਨ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬਈ ਇਹ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦਾ ਗਿਆਨ। ਬਈ ਜੇ ਤਾਂ ਅਸੀਂ ਸਤਿਗੁਰਾਂ ਤੋਂ ਇਹ ਬ੍ਰਹਮ ਦਾ ਗਿਆਨ ਲਵਾਂਗੇ ਅਤੇ ਸਾਡੇ ਅੰਦਰੋਂ ਜਿਹੜੀ ਵੈਰ ਵਿਰੋਧ, ਈਰਖਾ, ਨਫ਼ਰਤ ਤੇ ਜਾਂਦੀ ਲੱਗੀ, ਜਿਹੜਾ ਸਾਡੇ ਮਨਾਂ 'ਚ ਕਲਾ ਕਲੇਸ਼, ਵੈਰ ਵਿਰੋਧ ਹੈ, ਇਹ ਖਤਮ ਹੋ ਜਾਏਗਾ। ਹੌਲੇ ਗਿਆਨ ਲੈਣ ਵਾਸਤੇ ਹੀ ਸਾਨੂੰ ਸਿਮਰਨ ਕਰਨਾ ਪੈਂਦਾ। ਇਹ ਹੋ ਗਏ ਇੱਕਦਮ ਸਾਨੂੰ ਇਹ ਗਿਆਨ ਹੁੰਦਾ, ਸਾਨੂੰ ਸਮਝ ਨਹੀਂ ਲੱਗਦੀ। ਉਹਦੇ ਵਾਸਤੇ ਫਿਰ ਪਹਿਲਾਂ ਇਹ ਆਪਾਂ ਸਿਮਰਨ ਅਭਿਆਸ ਕਰਦੇ ਹਾਂ। ਜਿਉਂ-ਜਿਉਂ ਅਸੀਂ ਸਿਮਰਨ ਕਰਦੇ ਜਾਵਾਂਗੇ, ਜਿਉਂ-ਜਿਉਂ ਅਸੀਂ ਸਤ ਸੰਗਤ ਕਰਦੇ ਜਾਵਾਂਗੇ, ਤਿਉਂ-ਤਿਉਂ ਸਾਨੂੰ ਇਹ ਗਿਆਨ ਹੁੰਦਾ ਜਾਏਗਾ। ਜਿਉਂ-ਜਿਉਂ ਸਾਨੂੰ ਇਹ ਗਿਆਨ ਹੁੰਦਾ ਜਾਏਗਾ, ਤਿਉਂ-ਤਿਉਂ ਸਾਡਾ ਮਨ ਸਹਿਜ ਵਿੱਚ ਤੁਰਿਆ ਜਾਏਗਾ ਅਤੇ ਸੀਤਲ ਠੰਡਾ ਹੁੰਦਾ ਜਾਏਗਾ। ਔਰ ਇਸ ਵਾਸਤੇ ਵੀ ਇੱਕ ਪੜ੍ਹਾਈ ਹੈ। ਜਿਵੇਂ ਆਪਾਂ ਸੰਸਾਰ ਦੀ ਪੜ੍ਹਾਈ ਕਰਨ ਵਾਸਤੇ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ, ਉਹਨੂੰ ਸੰਸਾਰ ਦੀ ਪੜ੍ਹਾਈ ਕਹਿੰਦੇ, ਸੰਸਾਰ ਦੀ ਵਿੱਦਿਆ।
ਹੁਣ ਉਹ ਵੀ ਪੜ੍ਹਦੇ ਕਿੰਨਾ ਸਮਾਂ ਲੰਘ ਜਾਂਦਾ ਬੱਚੇ ਨੂੰ, ਵੀ ਉਹ 15-20 ਸਾਲ ਪੜ੍ਹਦਾ ਰਹਿੰਦਾ ਅਤੇ ਫਿਰ ਉਹ ਜਾ ਕੇ ਕੁਛ ਨਾ ਕੁਛ ਬਣਦਾ। ਔਰ ਇਸੇ ਤਰ੍ਹਾਂ ਹੀ ਇਹ ਬ੍ਰਹਮ ਦਾ ਗਿਆਨ, ਬ੍ਰਹਮ ਵਿਦਿਆ, ਜੇ ਅਸੀਂ ਆਖੀਏ ਵੀ ਸਾਨੂੰ ਆਪਦੇ ਆਪ ਹੀ ਆਪਦੇ ਆਪ ਦਾ ਸੰਸਾਰ ਦੀ ਪੜ੍ਹਾਈ ਨਹੀਂ ਆਉਂਦੀ ਤਾਂ ਸਕੂਲਾਂ 'ਚ ਜਾਣਾ ਪੈਂਦਾ। ਹੁਣ ਜੇ ਅਸੀਂ ਆਖੀਏ ਸਾਨੂੰ ਬ੍ਰਹਮ ਦਾ ਗਿਆਨ ਆਪਦੇ ਆਪ ਹੋ ਜੀ, ਸਾਨੂੰ ਸਤ ਸੰਗਤ ਦੀ ਕੀ ਲੋੜ, ਸਾਨੂੰ ਸਿਮਰਨ ਕਰਨ ਦੀ ਕੀ ਲੋੜ। ਆਪਣੇ ਆਪ ਸਾਨੂੰ ਇਹ ਸੋਝੀ ਨਹੀਂ ਆ ਸਕਦੀ, ਆਪਣੇ ਆਪ ਸਾਨੂੰ ਇਹ ਗਿਆਨ ਨਹੀਂ ਹੋ ਸਕਦਾ। ਉਹਦੇ ਵਾਸਤੇ ਸਤ ਸੰਗਤ, ਸਤਿਗੁਰਾਂ ਨੇ ਆਪਣਾ ਸਕੂਲ ਖੋਲ੍ਹੇ ਵੀ ਇਹ ਸਤ ਸੰਗਤ ਮੇਰਾ ਸਕੂਲ ਹੈ, ਜਿੱਥੇ ਆ ਕੇ ਅਸੀਂ ਇਹ ਸਾਰਾ ਗਿਆਨ ਲੈਣਾ, ਅਸੀਂ ਇਹ ਸਿੱਖਿਆ ਲੈਣਾ। ਮਹਾਰਾਜ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਅਸੀਂ ਆ ਕੇ ਇਹ ਬ੍ਰਹਮ ਦਾ ਗਿਆਨ ਲੈਣਾ, ਜਿੱਥੇ ਆ ਕੇ ਅਸੀਂ ਇਹ ਬ੍ਰਹਮ ਵਿਦਿਆ ਪੜ੍ਹਨੀ ਅਤੇ ਸੋਝੀ ਲੈਣੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਵੇਂ ਸਕੂਲਾਂ ਦੇ ਵਿੱਚ ਟੀਚਰ ਹੁੰਦੇ ਅਤੇ ਟੀਚਰਾਂ ਨੇ ਆਪਾਂ ਨੂੰ ਪੜ੍ਹਾਉਣਾ, ਇਸੇ ਤਰ੍ਹਾਂ ਹੀ ਸਤ ਸੰਗਤ ਦੇ ਵਿੱਚ ਫਿਰ ਜਿਹੜੇ ਟੀਚਰ ਹੁੰਦੇ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਸੰਤ, ਸਾਧੂ, ਭਗਤ, ਗੁਰਮੁਖ, ਗੁਰਸਿੱਖ ਇਹਨਾਂ ਨਾਮਾਂ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਵੀ ਇਹ ਮੇਰੇ ਟੀਚਰ ਨੇ। ਅਤੇ ਉਹ ਸਾਨੂੰ ਫਿਰ ਸਮਝਾਉਣਗੇ ਵੀ ਗੁਰਬਾਣੀ ਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ, ਕੀ ਸਾਨੂੰ ਸਮਝਾਉਣਾ ਚਾਹੁੰਦੇ। ਜੇ ਹੁਣ ਸਕੂਲ ਦੇ ਵਿੱਚ ਕੋਈ ਟੀਚਰ ਹੀ ਨਾ ਹੋਵੇ ਤਾਂ ਬੱਚੇ ਨੂੰ ਪੜ੍ਹਾਈ ਨਹੀਂ ਆ ਸਕਦੀ। ਜੇ ਹੁਣ ਬੱਚਾ ਸਕੂਲ 'ਚ ਜਾਵੇ ਅਤੇ ਮੱਥਾ ਟੇਕ ਕੇ ਵਾਪਸ ਮੁੜ ਆਵੇ, ਉਹ ਤਾਂ ਵੀ ਨਹੀਂ ਪਾਸ ਹੋ ਸਕਦਾ। ਉਹਨੂੰ ਪੜ੍ਹਾਈ ਫਿਰ ਆਉਣੀ ਜੇ ਉਹ ਸਤਸੰਗ 'ਚ ਜਾਏਗਾ ਅਤੇ ਉੱਥੇ ਟੀਚਰ ਹੋਏਗਾ, ਫਿਰ ਉਹਨੂੰ ਸਮਝ ਲੱਗਣੀ ਵੀ ਕੀ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ਿਸ਼ ਕਰ। ਔਰ ਸਾਡੇ ਵਿੱਚ ਕਮੀ ਕੀ ਆ ਗਈ, ਸਕੂਲਾਂ ਦੀ ਕੋਈ ਕਮੀ ਨਹੀਂ। ਜਿੰਨੇ ਵੀ ਗੁਰੂ ਘਰ ਨੇ ਇਹ ਸਾਰੇ ਸਕੂਲ ਨੇ। ਸਕੂਲ ਤਾਂ ਅਸੀਂ ਬਹੁਤ ਬਣਾ ਲਏ, ਪਰ ਜੇ ਸਾਨੂੰ ਅੱਜ ਲੋੜ ਹੈ ਅਤੇ ਉਹ ਹੈ ਟੀਚਰਾਂ ਦੀ, ਵੀ ਜਿਹੜੇ ਸਾਨੂੰ ਜਦੋਂ ਅਸੀਂ ਗੁਰੂ ਘਰ ਆਈਏ ਅਤੇ ਸਾਨੂੰ ਸਮਝਾਉਣ ਤਾਂ ਸਹੀ ਵੀ ਅਸੀਂ ਗੁਰਦੁਆਰੇ ਲੈਣ ਕੀ ਆਉਣਾ, ਅਸੀਂ ਸੰਗਤ ਦੇ ਵਿੱਚ ਕੀ ਕਰਨ ਵਾਸਤੇ ਆਉਣਾ ਅਤੇ ਅਸੀਂ ਇੱਥੋਂ ਲੈ ਕੇ ਕੀ ਜਾਣਾ। ਜੇ ਹੁਣ ਟੀਚਰ ਹੀ ਨਾ ਹੋਣਗੇ, ਟੀਚਰਾਂ ਨੂੰ ਆਪ ਹੀ ਨਹੀਂ ਗਿਆਨ ਹੋਏਗਾ, ਆਪ ਹੀ ਨਹੀਂ ਸੋਝੀ ਹੋਏਗੀ, ਉਹਨਾਂ ਨੇ ਸਾਨੂੰ ਦੱਸਣਾ ਹੀ ਨਹੀਂ ਵੀ ਅਸੀਂ ਇੱਥੇ ਲੈਣ ਕੀ ਆਉਣਾ, ਕਿਉਂਕਿ ਉਹਨਾਂ ਨੂੰ ਆਪ ਹੀ ਨਹੀਂ ਪਤਾ। ਉਹਨਾਂ ਨੂੰ ਆਪ ਹੀ ਸੋਝੀ ਨੇ, ਉਹ ਆਪ ਹੀ ਦ੍ਰਿਸ਼ਟ ਮਨ ਮਾਇਆ ਦੇ ਨਾਲ ਜੁੜੇ ਨੇ। ਅਤੇ ਜਿਹੜਾ ਆਪ ਹੀ ਮਾਇਆ ਨਾਲ ਜੁੜਿਆ, ਆਪ ਹੀ ਮਾਇਆ ਮੰਗਦਾ ਅਤੇ ਉਹ ਤਾਂ ਸਾਨੂੰ ਵੀ ਉਹਦੇ ਨਾਲ ਹੀ ਜੋੜੇ। ਹੁਣ ਮਾਇਆ ਕੀ ਹੈ, ਇਕੱਲਾ ਪੈਸੇ ਹੀ ਮਾਇਆ ਨਹੀਂ ਹੁੰਦੀ। ਮਾਇਆ ਨੇ ਵਿਚਾਰ, ਤ੍ਰੈ ਗੁਣ, ਇਹਨਾਂ ਨੂੰ ਮਾਇਆ ਕਹਿੰਦੇ। ਹੁਣ ਜੇ ਅਸੀਂ ਆਪ ਹੀ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਬੱਝੇ ਹੋਏ, ਅਸੀਂ ਆਪ ਹੀ ਮਾਇਆ ਦੇ ਜਾਲ ਦੇ ਵਿੱਚ ਜਕੜੇ ਹੋਏ, ਫਿਰ ਅਸੀਂ ਕਿਵੇਂ ਦੱਸਾਂਗੇ ਵੀ ਇੱਥੋਂ ਨਿਕਲਣਾ ਕਿਵੇਂ, ਇੱਥੋਂ ਛੁਟਕਾਰਾ ਕਿਵੇਂ ਹੋਣ। ਮਹਾਰਾਜ ਕਹਿੰਦੇ ਵੀ ਇਹਦੇ ਜਾਲ ਦੇ ਵਿੱਚ, ਮਾਇਆ ਦੇ ਫਸਣ ਦੀ ਵਿਧੀ ਸਭ ਨੂੰ ਆਉਂਦੀ, ਸਾਰੇ ਫਸਣਾ ਜਾਣਦੇ ਵੀ ਫਸਣਾ ਕਿਵੇਂ, ਪਰ ਇਹ ਜਾਲ ਨੂੰ ਕੱਟਣਾ ਕਿਵੇਂ, ਇਹ ਜਾਲ ਦੇ ਵਿੱਚੋਂ ਯਾਦ ਕਿਵੇਂ ਹੋਣਾ, ਇੱਥੋਂ ਨਿਕਲਣਾ ਕਿਵੇਂ, ਉਹ ਕੋਈ
ਵਿਰਲੇ ਵਿਰਲੇ ਗੁਰਮੁਖ ਜਾਣਤ। ਸਤਿਗੁਰੂ ਫਰਮਾਉਂਦੇ ਫਾਸਨ ਕੀ ਵਿਧ ਸਭ ਕੋਈ ਜਾਣੇ, ਛੂਟਨ ਕੀ ਇੱਕ ਕੋਈ। ਵੀ ਫਸਣ ਦੀ ਵਿਧੀ ਸਭ ਨੂੰ ਆਉਂਦੀ, ਬਈ ਮਾਇਆ ਦੇ ਮੋਹ ਦੇ ਵਿੱਚ ਫਸਣਾ ਕਿਵੇਂ, ਇੱਧਰ ਜੰਜਾਲਾਂ ਦੇ ਵਿੱਚ ਫਸਣਾ ਕਿਵੇਂ, ਇਹ ਮਾਇਆ ਦਾ ਪਸਾਰਾ ਕਿਵੇਂ ਵਧਾਉਣਾ, ਇਹ ਸਭ ਨੂੰ ਆਉਂਦਾ, ਸਭ ਨੇ ਸਿੱਖੀ ਹੈ। ਇਹ ਸੰਸਾਰ ਦਾ ਖੇਲ ਹੈ ਜਿਹੜਾ ਇਹ ਸਾਰਾ ਪੁੱਠਾ ਚੱਲਦਾ, ਉਲਟ ਚੱਲਦਾ। ਜਿਵੇਂ ਹੁਣ ਜਿਹੜਾ ਵੱਧ ਫਸੇ ਸੰਸਾਰੀ ਜੀਵ ਕਹਿੰਦੇ ਨੇ ਤਰੱਕੀ ਬੜੀ ਕਰ ਲਈ, ਬਈ ਇਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ, ਇਹਨਾਂ ਨੇ ਪਹਿਲਾਂ ਘਰ ਛੋਟਾ ਸੀ ਹੁਣ ਬਹੁਤ ਵੱਡਾ ਘਰ ਬਣਾ ਲਿਆ, ਪਹਿਲਾਂ ਜ਼ਮੀਨ ਜਾਇਦਾਦ ਥੋੜ੍ਹੀ ਸੀ ਹੁਣ ਜ਼ਿਆਦਾ ਬਣਾ ਲਈ। ਹੁਣ ਜੇ ਅਸੀਂ ਸਿਰਫ ਇਕੱਠਾ ਬਾਹਰੀ ਕੀਤਾ ਸਾਜੋ ਸਮਾਨ, ਜੇ ਅਸੀਂ ਜੋ ਸਤਿਗੁਰੂ ਸਾਨੂੰ ਬ੍ਰਹਮ ਦਾ ਗਿਆਨ ਦੇ ਰਹੇ ਉਹ ਅਸੀਂ ਗਿਆਨ ਲਿਆ ਨਹੀਂ, ਉਹ ਸੋਝੀ ਲਈ ਨਹੀਂ, ਫਿਰ ਅਸੀਂ ਛੁੱਟੇ ਥੋੜ੍ਹੀ, ਅਸੀਂ ਤਾਂ ਹੋਰ ਵੱਜ ਗਏ। ਜਿਵੇਂ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਕੋਈ ਜੀਵ ਦੇਹ ਛੱਡ ਜਾਂਦਾ, ਚਲਾ ਜਾਂਦਾ, ਜਿਹੜੇ ਬਾਅਦ 'ਚੋਂ ਉਹ ਪਰਿਵਾਰ ਦੇ ਹੁੰਦੇ ਉਹ ਫਿਰ ਖੜ੍ਹੇ ਹੋ ਜਾਂਦੇ ਉੱਠ ਕੇ, ਬਈ ਹੁਣ ਉਹ ਚਲਾ ਗਿਆ, ਹੁਣ ਅਸੀਂ ਕਾਰੋਬਾਰ ਸੰਭਾਲੀਏ, ਅਸੀਂ ਉਹ ਤੋਂ ਵੱਧ ਕਰੀਏ। ਹੁਣ ਜਿਹੜੇ ਚਲੇ ਗਏ ਉਹ ਤੋਂ ਬਾਅਦ 'ਚੋਂ ਜਿਹੜੇ ਫਿਰ ਲੱਕ ਬੰਨ੍ਹ ਕੇ ਖੜ੍ਹੇ ਹੋਏ, ਉਹਨਾਂ ਨੇ ਉਹਨਾਂ ਤੋਂ ਦੁੱਗਣੀ ਮਾਇਆ ਨੂੰ ਦ੍ਰਿੜ ਕਰ ਲਈ। ਜਿਹੜੇ ਮਾਂ ਪਿਓ ਸੀ ਉਹ ਘੱਟ ਫਸੇ ਸੀ, ਬੱਚਿਆਂ ਨੇ ਉਦੋਂ ਵੱਧ ਦ੍ਰਿੜ ਕਰ ਲਈ ਮਾਇਆ, ਅਤੇ ਉਹ ਹੋਰ ਜ਼ਿਆਦਾ ਧੱਸ ਗਈ ਦਲਦਲ 'ਚ। ਅਤੇ ਸੰਸਾਰੀ ਕਹਿੰਦੇ ਇਹਨਾਂ ਨੇ ਤਰੱਕੀ ਬੜੀ ਕਰ ਲਈ, ਪਹਿਲਾਂ ਕੱਚਾ ਘਰ ਸੀ ਹੁਣ ਪੱਕਾ ਪਾ ਲਿਆ, ਪਹਿਲਾਂ ਛੋਟਾ ਸੀ ਹੁਣ ਵੱਡਾ ਪਾ ਲਿਆ। ਅਤੇ ਸਤਿਗੁਰੂ ਕੀ ਕਹਿੰਦੇ ਇਸ ਪਰਥਾਏ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਅਗਲੇ ਮੁਏ ਸੇ ਪਾਸ਼ੇ ਪਰੇ ਜੋ ਉਭਰੇ ਸੋ ਬੰਦ ਲੱਕ ਖੜੇ, ਜੈ ਧੰਦੇ ਮੈਂ ਓਏ ਲਪਟਾਏ ਉਨ ਤੇ ਦੁਗੜ ਦਿਣੀ ਉਨ ਮਾਈ। ਬਈ ਜਿਹੜਾ ਧੰਦੇ ਦੇ ਵਿੱਚ ਉਹ ਲਿਪਟੇ ਰਹੇ, ਉਹ ਕਰਦੇ ਰਹੇ, ਉਹ ਉਦੋਂ ਦੂਣੀ ਮਾਇਆ ਇਹਨਾਂ ਨੇ ਦ੍ਰਿੜ ਕਰ ਲਈ, ਬਈ ਇਹ ਹੋਰ ਜ਼ਿਆਦਾ ਲਿਪਟ ਗਏ ਮਾਇਆ ਦੇ ਨਾਲ। ਅਤੇ ਇਹਨੂੰ ਕਹਿੰਦੇ ਫਸਣ ਦੀ ਵਿਧੀ ਸਭ ਨੂੰ ਆਉਂਦੀ, ਸਾਰੇ ਫਸਦੇ, ਪਰ ਇਹ ਤੋਂ ਛੁੱਟਣਾ ਕਿਵੇਂ, ਛੁਟਕਾਰਾ ਕਿਵੇਂ ਹੋਣਾ, ਉਹ ਫਿਰ ਸਾਨੂੰ ਗੁਰਮੁਖ ਦੱਸਦੇ। ਉਹ ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ ਫਿਰ ਸਾਨੂੰ ਸੋਝੀ ਆਉਂਦੀ ਵੀ ਜਿਹਨੂੰ ਅਸੀਂ ਦ੍ਰਿੜ ਕਰੀ ਜਾਂਦੇ, ਜਿਹਨੂੰ ਅਸੀਂ ਮੰਗੀ ਜਾਂਦੇ, ਇਹ ਤਾਂ ਸਤਿਗੁਰੂ ਸਾਨੂੰ ਛੱਡਣ ਨੂੰ ਕਹਿ ਰਹੇ ਵੀ ਇਹ ਤੋਂ ਛੁਟਕਾਰਾ ਕਿਵੇਂ ਹੋਵੇ। ਹੁਣ ਸੰਸਾਰ ਦਾ ਤਾਂ ਸਾਰਾ ਹੀ ਖੇਲ ਪੁੱਠਾ ਚੱਲਦਾ। ਸਤਿਗੁਰੂ ਜਿਹੜੀ ਚੀਜ਼ ਸਾਨੂੰ ਛੱਡਣ ਨੂੰ ਕਹਿ ਰਹੇ ਵੀ ਇਹਨੂੰ ਛੱਡੋ, ਬੈਖ ਹੈ ਯੈਰ, ਅਸੀਂ ਉਹੀਓ ਆ ਕੇ ਇਹਨਾਂ ਦੀ ਹਜ਼ੂਰੀ 'ਚ ਮੰਗੀ ਜਾਂਦੇ, ਅਤੇ ਜਿਨ੍ਹਾਂ ਨੂੰ ਆਪ ਨਹੀਂ ਭੇਤ ਉਹ ਸਗਾਂ ਦੇ ਹੋਰ ਕਹਿੰਦੇ ਵੀ ਹੋਰ ਮੰਗੋ। ਸਾਨੂੰ ਦੱਸੇ ਕੌਣ? ਹੁਣ ਜੇ ਸਕੂਲਾਂ 'ਚ ਟੀਚਰ ਹੀ ਨਾ ਹੋਣ, ਸਾਨੂੰ ਕੌਣ ਸਮਝਾਵੇ ਵੀ ਅਸੀਂ ਇੱਥੇ ਆ ਕੇ ਮੰਗਣਾ ਕੀ, ਬਈ ਅਸੀਂ ਇਸੇ ਗੁਰੂ ਘਰ ਆਉਣਾ ਕੀ ਲੈਣ ਵਾਸਤੇ, ਸਾਨੂੰ ਕੌਣ ਦੱਸੇ? ਜਿਨ੍ਹਾਂ ਨੇ ਦੱਸਣਾ ਸੀ ਜੇ ਉਹਨਾਂ ਨੂੰ ਇੰਨੀ ਭੇਤ, ਉਹੀਓ ਮਾਇਆ ਦੇ ਨਾਲ ਖੁਦ ਜਕੜੇ ਹੋਏ ਨੇ, ਉਹੀਓ ਫਸੇ ਹੋਏ ਨੇ, ਫਿਰ ਆਪਾਂ ਨੂੰ ਕੌਣ ਸਮਝਾਏਗਾ ਵੀ ਇਹਨੂੰ ਤਾਂ ਸਾਨੂੰ ਸਤਿਗੁਰੂ ਛੱਡਣ ਨੂੰ ਕਹਿ ਰਹੇ, ਬਈ ਇਹ ਬੈਠਾ ਯਹਿਰ ਜਿਹੜੀ ਤੁਸੀਂ ਮੰਗਦੇ ਹੋ ਤੁਹਾਡੇ ਨਾਲ ਨਹੀਂ ਜਾਣਾ। ਬਈ ਜਿੰਨੀ ਸਾਨੂੰ ਲੋੜ ਹੈ ਉਹਨਾਂ ਦਾ ਸਾਨੂੰ ਮੰਗਣ ਦੀ ਵੀ ਲੋੜ ਨਹੀਂ, ਮਾਲਕ ਸਾਨੂੰ ਬਿਨਾਂ ਮੰਗਿਆਂ ਤੋਂ ਹੀ ਦਿੱਤੀ ਜਾਂਦੀ। ਜਦੋਂ ਅਸੀਂ ਫਿਰ ਵੀ ਲੋਭ ਵਸ ਹੋ ਕੇ ਮੰਗਦੇ ਹਾਂ ਵੀ ਸਾਨੂੰ ਆਹ ਵੀ ਚਾਹੀਦਾ, ਸਾਨੂੰ ਆਹ ਵੀ ਚਾਹੀਦਾ, ਫਿਰ ਸਾਨੂੰ ਕਹਿੰਦੇ ਜੋ ਤੁਸੀਂ ਮੰਗਦੇ ਹੋ ਨਾ ਇਹ ਬੈਖ ਯਹਿਰ, ਇਹ ਬੈਖ ਯਹਿਰ ਨੇ ਤੁਹਾਡੇ ਨਾਲ ਨਹੀਂ ਜਾਣਾ, ਇਹਨੇ ਤੁਹਾਡੀ ਸੁੱਧ ਬੁੱਧ ਹੋਰ ਮਾਰ ਦੇਣਾ। ਮਾਰੇ ਫਰਮਾਉਂਦੇ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ।
ਬਈ ਜਿਹਨੇ ਸਾਡੀ ਸਾਰ ਲੈਣੀ ਉਹ ਹੈ ਨਾਮ ਧਨ, ਜਿਹਦੇ ਨਾਲ ਸਾਡੇ ਮਨਾਂ ਨੇ ਸੀਤਲ ਹੋਣਾ, ਠੰਡੇ ਹੋਣਾ, ਉਹ ਹੈ ਬ੍ਰਹਮ ਦਾ ਗਿਆਨ ਜੋ ਸਤਿਗੁਰੂ ਸਾਨੂੰ ਦੇ ਰਹੇ। ਜਦੋਂ ਅਸੀਂ ਫਿਰ ਆਪਦੀ ਮੱਤ ਦੁਆਰਾ ਮੰਗਦੇ ਹਾਂ, ਫਿਰ ਉਦੋਂ ਕਹਿੰਦੇ ਇਹ ਤਾਂ ਤੁਸੀਂ ਵਿਖ ਜ਼ਹਿਰ ਹੀ ਮੰਗੀ ਜਾਂਦੇ। ਹੁਣ ਇਹ ਤੋਂ ਵੱਡੀ ਅਗਿਆਨਤਾ ਹੋਰ ਕੀ ਹੋ ਸਕਦੀ। ਇੱਥੇ ਸਾਨੂੰ ਗਿਆਨ ਦੀ ਲੋੜ ਆ ਨਾ, ਸਾਨੂੰ ਸੋਝੀ ਦੀ ਲੋੜ ਆ। ਵੀ ਜਿਹੜੀ ਚੀਜ਼ ਸਤਿਗੁਰੂ ਸਾਨੂੰ ਕਹਿੰਦੇ ਇਹਨੂੰ ਛੱਡੋ, ਅਸੀਂ ਆ ਕੇ ਉਹੀਓ ਇਹਨਾਂ ਤੋਂ ਮੰਗੀ ਜਾਂਦੇ ਵੀ ਸਾਨੂੰ ਆ ਵੀ ਦੇਵੋ। ਫਿਰ ਉਦੋਂ ਵੱਡੀ ਅਗਿਆਨਤਾ ਵੀ ਅਸੀਂ ਸੁਖਣਾ ਸੁੱਖਦੇ ਵੀ ਸਾਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ, ਵੀ ਸਾਡੀ ਸੁਖਣਾ ਜੀ ਇਹ ਪੂਰੀ ਹੋਵੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਸਾਰਾ ਕੁਛ ਤਾਂ ਮਾਲਕ ਦਾ ਸਾਨੂੰ ਦਿੱਤਾ ਹੋਇਆ। ਜੋ ਵੀ ਸਾਡਾ ਜੀਵਨ ਹੈ, ਜੋ ਵੀ ਸਾਨੂੰ ਲੋੜ ਹੈ, ਸਾਡੀਆਂ ਸਾਰੀਆਂ ਲੋੜਾਂ ਪਰਮਾਤਮਾ ਹੀ ਪੂਰੀਆਂ ਕਰਦਾ ਹੈ, ਸਾਡੇ ਮਨ ਦੀਆਂ ਵੀ ਅਤੇ ਸਾਡੇ ਤਨ ਦੀਆਂ ਵੀ। ਹੁਣ ਜਿਹੜਾ ਸਾਨੂੰ ਸਾਰਾ ਕੁਛ ਦੇ ਰਹੇ ਹੈ ਅਤੇ ਉਹਦਾ ਦਿੱਤਾ ਹੋਇਆ ਅਸੀਂ ਸੁਖਣਾ ਸੁੱਖਦੇ ਹਾਂ ਵੀ ਤੈਨੂੰ ਦੇਵਾਂਗੇ। ਮਾਲਕ ਦਾ ਸਾਡੀ ਇਸ ਅਗਿਆਨਤਾ 'ਤੇ ਹੱਸਦਾ ਹੀ ਹੈ ਨਾ, ਵੀ ਸਾਰਾ ਕੁਛ ਮੈਂ ਹੀ ਤਾਂ ਤੁਹਾਨੂੰ ਦੇ ਰਿਹਾ ਅਤੇ ਮੈਨੂੰ ਤੁਸੀਂ ਕੀ ਦਿਓਗੇ। ਹੁਣ ਉਹਦਾ ਦਿੱਤਾ ਹੋਇਆ ਅਸੀਂ ਉਹਨੂੰ ਕੀ ਦੇ ਸਕਦੇ ਹਾਂ ਵਾਪਸ। ਸਾਰਾ ਕੁਛ ਤਾਂ ਅਸੀਂ ਉਹਦੇ ਤਾਂ ਘਰ ਦੇ ਮੰਗਦੇ ਹਾਂ, ਉਹ ਤੋਂ ਤਾਂ ਮੰਗ ਰਹੇ ਹਾਂ ਸਾਰਾ ਕੁਛ। ਫਿਰ ਉਹਦੇ ਅੱਗੇ ਸੁਖਣਾ ਸੁੱਖਦੇ ਹਾਂ ਵੀ ਤੈਨੂੰ ਅਸੀਂ ਆਹ ਦੇਵਾਂਗੇ। ਅਤੇ ਕਿੱਡੀ ਵੱਡੀ ਅਗਿਆਨਤਾ ਹੈ। ਮਹਾਰਾਜ ਜੀ ਇਸ ਲਈ ਸਾਨੂੰ ਸਮਝਾਉਂਦੇ ਤੇਰਾ ਕੀ ਆ ਤੁਝੇ ਕਿਆ ਰਖੂੰ, ਵੀ ਸਾਰਾ ਕੁਛ ਤਾਂ ਤੇਰਾ ਹੀ ਤਾਂ ਸਾਨੂੰ ਦਿੱਤਾ ਹੋਇਆ, ਤੇਰਾ ਦਿੱਤਾ ਹੋਇਆ ਅਸੀਂ ਤੈਨੂੰ ਕੀ ਦੇ ਸਕਦੇ। ਬਈ ਅਸੀਂ ਸਾਰਾ ਕੁਛ ਤੇਰੇ ਤੋਂ ਹੀ ਤਾਂ ਮੰਗਦੇ ਹਾਂ। ਸਭ ਜਾਚਕ ਤੂੰ ਇੱਕੋ ਦਾਤਾ ਮੰਗੇ ਹਾਥ ਪਸਾਰੀ, ਵੀ ਦਾਦਾ ਤਾਂ ਇੱਕੋ ਹੀ ਹੈ ਪਰਮਾਤਮਾ, ਸਾਰੇ ਉਹ ਤੋਂ ਹੀ ਤਾਂ ਹੱਥ ਅੱਡ ਅੱਡ ਕੇ ਉਹਦੇ ਤੋਂ ਮੰਗਦੇ ਹਾਂ। ਫਿਰ ਉਹਦਾ ਦਿੱਤਾ ਹੋਇਆ ਉਹਨੂੰ ਕੀ ਅਰਪਣ ਕਰੀਏ, ਉਹਨੂੰ ਕੀ ਦਈਏ ਅਸੀਂ। ਅਤੇ ਅਸੀਂ ਦੇ ਵੀ ਕੀ ਸਕਦੇ ਹਾਂ, ਸਾਰਾ ਕੁਛ ਤਾਂ ਉਹ ਤੋਂ ਪੈਦਾ ਹੋਏ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ, ਵੀ ਅਸੀਂ ਮੰਗਣਾ ਕੀ। ਮਹਾਰਾਜ ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਮੰਗਣਾ ਹੀ ਹੈ ਫਿਰ ਤੁਸੀਂ ਇਹ ਸਤਿਗੁਰਾਂ ਤੋਂ ਸਮੱਤ ਮੰਗੋ, ਸੋਝੀ ਮੰਗੋ। ਬਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ, ਸਾਡੇ 'ਤੇ ਕਿਰਪਾ ਕਰ, ਸਾਨੂੰ ਐਸੀ ਮੱਤ ਦੇ ਬਈ ਤਾਂ ਕਿ ਸਾਨੂੰ ਭੇਤ ਆ ਜੇ ਵੀ ਅਸੀਂ ਮੰਗਣਾ ਕੀ ਹੈ। ਸਾਨੂੰ ਤਾਂ ਮੰਗਣ ਦਾ ਵੀ ਨਹੀਂ ਪਤਾ। ਬਈ ਐਸੀ ਬੁੱਧ ਸਾਨੂੰ ਦੇ ਵੀ ਤਾਂ ਕਿ ਸਾਡੀ ਬੁੱਧ ਵਿਵੇਕ ਹੋ ਜੇ। ਹੁਣ ਪਹਿਲਾਂ ਸਾਨੂੰ ਇਹ ਭੇਤ ਨਹੀਂ ਹੁੰਦਾ, ਫਿਰ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ, ਸਤ ਸੰਗਤ ਨੂੰ ਪਾਰਸ ਦਾ ਨਾਂ ਦਿੱਤਾ। ਜਿਵੇਂ ਪਾਰਸ ਹੁੰਦਾ, ਜੇ ਉਹ ਪਾਰਸ ਦੇ ਨਾਲ ਲੋਹਾ ਲੱਗ ਜੇ ਤਾਂ ਉਹ ਲੋਹੇ ਨੂੰ ਸੋਨਾ ਬਣਾ ਦਿੰਦਾ, ਕੰਚਨ ਕਰ ਦਿੰਦਾ। ਹੁਣ ਸਾਡਾ ਜਿਹੜਾ ਮਨ ਹੈ ਇਹ ਵੀ ਲੋਹਾ ਰੂਪ ਹੋ ਚੁੱਕਿਆ, ਇਹਨੂੰ ਜੰਗਾਲ ਲੱਗ ਜਾਂਦਾ। ਸਤ ਸੰਗਤ ਨੂੰ ਪਾਰਸ ਕਹਿੰਦੇ। ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ ਫਿਰ ਸਤ ਸੰਗਤ ਦੇ ਨਾਲ ਜੁੜ ਕੇ ਸਾਡਾ ਮਨ ਲੋਹੇ ਤੋਂ ਇਹ ਕੰਚਨ ਹੋ ਜਾਂਦਾ, ਇਹ ਸੋਨਾ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਮਹਾਰਾਜ ਫਰਮਾਉਂਦੇ ਸਾਧ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਬਈ ਸਾਧ ਸੰਗਤ ਦੇ ਵਿੱਚ ਆ ਕੇ ਸਾਡੀ ਜਿਹੜੀ ਬੁੱਧ ਉਹ ਵਿਵੇਕ ਹੋ ਜਾਂਦੀ। ਵਿਵੇਕ ਬੁੱਧ, ਵਿਵੇਕ ਕਹਿੰਦੇ ਵੀ ਜਦੋਂ ਅਸੀਂ ਤ੍ਰੈ ਗੁਣਾਂ ਤੋਂ ਅਤੀਤ ਹੋ ਜਾਂਦੇ, ਮਾਇਆ ਤੋਂ ਉੱਪਰ ਉੱਠ ਜਾਂਦੇ, ਉਦੋਂ ਕਹਿੰਦੇ ਵਿਵੇਕੀ। ਬਈ ਇਹਨਾਂ ਨੂੰ ਵਿਵੇਕ ਗਿਆਨ ਹੋ ਗਿਆ, ਇਹਨਾਂ ਦੀ ਬੁੱਧ ਜਿਹੜੀ ਉਹ ਵਿਵੇਕ ਹੋ ਗਈ। ਬਈ ਜੇ ਤੁਸੀਂ ਪਰਮਾਤਮਾ ਵਾਹਿਗੁਰੂ ਦੇ ਮਿਲਾਪ ਦੀ ਕੋਈ ਗੱਲ ਪੁੱਛਣੀ ਤੇ ਇਹਨਾਂ ਵਿਵੇਕੀਆਂ ਤੋਂ ਪੁੱਛ। ਮਹਾਰਾਜ ਫਰਮਾਉਂਦੇ ਪੁੱਛੋ ਜਾਏ ਵਿਵੇਕੀਆਂ, ਵੀ ਉਹਨਾਂ ਤੋਂ ਜਾ ਕੇ ਪੁੱਛੋ ਵਿਵੇਕੀਆਂ।
ਵਿਵੇਕੀਆਂ ਤੋਂ ਕੀ ਪੁੱਛਣਾ ਵੀ ਸਾਨੂੰ ਦੱਸੋ ਵੀ ਅਸੀਂ ਕਿਵੇਂ ਪਰਮਾਤਮਾ ਨੂੰ ਮਿਲੀਏ, ਅਸੀਂ ਕਿਵੇਂ ਆਪਦੇ ਜੀਵਨ ਦਾ ਲਾਹਾ ਖੱਟੀਏ, ਸਾਨੂੰ ਕਿਵੇਂ ਬ੍ਰਹਮ ਦਾ ਗਿਆਨ ਹੋਵੇ, ਸਾਨੂੰ ਸੋਝੀ ਆਵੇ। ਜਿਹੜੀ ਸਾਡੇ ਅੰਦਰ ਇਹ ਕਲਪਨਾ ਲੱਗੀ ਹੋਈ, ਜਿਹੜਾ ਅਸੀਂ ਦਿਨ ਰਾਤ ਕਲਪਦੇ ਫਿਰਦੇ ਹਾਂ, ਜਿਹੜਾ ਸਾਡਾ ਮਨ ਚਿੰਤਾ 'ਚ ਜਾਂਦਾ, ਜਿਹੜਾ ਸਾਨੂੰ ਇਹ ਫਿਕਰ ਲੱਗੇ ਨੇ, ਇਹਨਾਂ ਚਿੰਤਾ ਫਿਕਰਾਂ ਤੋਂ ਕਿਵੇਂ ਅਸੀਂ ਆਜ਼ਾਦ ਹੋਈਏ, ਕਿਵੇਂ ਇਹ ਚਿੰਤਾ ਫਿਕਰਾਂ ਤੋਂ ਸਾਡਾ ਖਹਿੜਾ ਸੁੱਟੇ, ਕਿਵੇਂ ਸਾਡਾ ਜਿਹੜਾ ਮਨ ਆ ਉਹ ਠੰਡਾ ਹੋਵੇ, ਸੀਤਲ ਹੋਵੇ, ਇਹ ਦੁਰਮਤ ਦੀ ਅਗਨ ਤੋਂ ਬਚ ਸਕੇ। ਇਹ ਅਸੀਂ ਉਹਨਾਂ ਵਿਵੇਕੀਆਂ ਤੋਂ ਪੁੱਛਣਾ ਜਿਨ੍ਹਾਂ ਦੀ ਬੁੱਧ ਵਿਵੇਕ, ਉਹਨਾਂ ਨੇ ਫਿਰ ਸਾਨੂੰ ਇਹ ਸਾਰਾ ਗਿਆਨ ਦੇਣਾ, ਸਾਨੂੰ ਇਹ ਸਾਰੀ ਸੋਝੀ ਦੇ ਬਈ ਅਸੀਂ ਗੁਰੂ ਘਰ ਕੀ ਲੈ ਕਰਨ ਵਾਸਤੇ ਆਉਣਾ, ਸਤਿਗੁਰਾਂ ਪਾਸ ਅਸੀਂ ਕੀ ਲੈਣ ਵਾਸਤੇ ਆਉਣਾ, ਅਤੇ ਇੱਥੋਂ ਅਸੀਂ ਲੈ ਕੇ ਕੀ ਜਾਣਾ ਗੁਰੂ ਨਾਨਕ ਦੇ ਘਰ ਦੇ ਵਿੱਚ। ਮਹਾਰਾਜ ਦੱਸਦੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੀ ਹੈ, ਫਰਮਾਉਂਦੇ ਨਾਨਕ ਕੇ ਘਰ ਕੇਵਲ ਨਾਮ, ਬਈ ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ। ਬਈ ਅਸੀਂ ਜਦੋਂ ਸਤਿਗੁਰਾਂ ਪਾਸ ਆਉਣਾ, ਅਸੀਂ ਇੱਥੋਂ ਨਾਮ ਦੀ ਦਾਤ ਲੈਣ ਵਾਸਤੇ, ਅਸੀਂ ਨਾਮ ਦਾ ਭੇਦ ਲੈਣ ਵਾਸਤੇ ਆਉਣਾ, ਅਤੇ ਅਸੀਂ ਗੁਰੂ ਨਾਨਕ ਦੇ ਘਰ ਤੋਂ ਦਾਤ ਲੈਣੀ। ਹੁਣ ਜੇ ਸਾਨੂੰ ਇਹ ਨਾਮ ਦੀ ਦਾਤ ਤਾਂ ਮਿਲੀ ਨਹੀਂ, ਫਿਰ ਅਸੀਂ ਦਾਤਾਂ ਕਿਹਨੂੰ ਸਮਝਦੇ ਹਾਂ? ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਦਾਤਾਂ ਸਮਝ ਲਈਆਂ ਵੀ ਸਾਡਾ ਕਾਰੋਬਾਰ ਵਧੀਆ ਚੱਲ ਪਿਆ ਅਤੇ ਸਾਨੂੰ ਦਾਤ ਹੈ, ਸਾਡੇ ਧੀਆਂ ਪੁੱਤਰ ਹੋ ਗਏ, ਬੱਚੇ ਹੋ ਗਏ, ਦਾਤ। ਅਸੀਂ ਵੱਡੇ ਘਰ-ਬਾਰ ਬਣਾ ਲਏ, ਇਹ ਦਾਤਾਂ 'ਚ। ਮਹਾਰਾਜ ਕਹਿੰਦੇ ਵੀ ਜਿਹੜੀ ਦਾਤ ਅਸੀਂ ਲੈਣੀ ਸੀ ਗੁਰੂ ਨਾਨਕ ਦੇ ਘਰ ਤੋਂ, ਉਹ ਤਾਂ ਲਈ ਨਹੀਂ। ਫਿਰ ਇਹ ਕਿੱਦਾਂ ਦੀ ਦਾਤ ਹੈ ਜਿਹੜੀ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਤੋਂ ਲੈ ਲੈਣੀ? ਮਾਇਆ ਤਾਂ ਅਸੀਂ ਇੱਕ ਦੂਸਰੇ ਤੋਂ ਲੈ ਸਕਦੇ ਹਾਂ, ਸੰਸਾਰ ਦਾ ਸਾਜੋ ਸਮਾਨ ਉਹ ਵੀ ਅਸੀਂ ਇੱਕ ਦੂਸਰੇ ਤੋਂ ਲੈ ਸਕਦੇ। ਮਹਾਰਾਜ ਕਹਿੰਦੇ ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈਏ, ਵੀ ਇਹ ਕਿੱਦਾਂ ਦੀ ਦਾਤ ਜਿਹੜੀ ਆਪਸ ਵਿੱਚ ਹੀ ਤੁਸੀਂ ਇੱਕ ਦੂਜੇ ਤੋਂ ਲੈ ਲੈਣੀ ਸੀ। ਦਾਤ ਤਾਂ ਉਹ ਹੈ ਵੀ ਸਤਿਗੁਰ ਸਾਡੇ 'ਤੇ ਤੁੱਠੇ ਅਤੇ ਸਾਨੂੰ ਨਾਮ ਦੀ ਦਾਤ ਦੇਵੇ, ਜਿਹਦੇ ਨਾਲ ਸਾਡਾ ਮਨ ਸੀਤਲ ਹੋਵੇ, ਠੰਡਾ ਹੋਵੇ, ਅਤੇ ਸਾਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇ, ਅਤੇ ਸਾਡਾ ਜਨਮ ਮਰਨ ਮਿਟ ਜਾਵੇ। ਗੁਰੂ ਨਾਨਕ ਦੇ ਘਰ ਤੋਂ ਸਾਨੂੰ ਦਾਤ ਇਹ ਨਹੀਂ ਦੇਣਗੇ ਜਿਹੜੀ ਕਿ ਨਾਸਵਾਨ ਹੈ, ਜਿਹੜਾ ਕਿ ਮਿਥਿਆ ਹੋਇਆ, ਜਿਹੜਾ ਕਿ ਕੂੜ ਹੈ। ਸਾਨੂੰ ਦਾਤ ਉਹ ਮਿਲਦੀ ਗੁਰੂ ਨਾਨਕ ਦੇ ਘਰ ਤੋਂ ਜਿਹਨੇ ਇਸ ਲੋਕ ਦੇ ਵਿੱਚ ਵੀ ਸਾਡੇ ਨਾਲ ਅਤੇ ਪਰਲੋਕ ਦੇ ਵਿੱਚ ਵੀ ਸਾਡੇ ਨਾਲ ਨਿਭਣਾ, ਬਈ ਜਿਹਨੇ ਸਾਨੂੰ ਸਦਾ ਸੁਖੀ ਕਰ ਦੇਣਾ। ਉਹ ਦਾਤ ਅਸੀਂ ਗੁਰੂ ਨਾਨਕ ਦੇ ਘਰ ਤੋਂ ਲੈ, ਉਹਨੂੰ ਕਹਿੰਦੇ ਨਾਮ ਸ਼ਬਦ ਗੁਰੂ, ਜਿਹਨੇ ਸਦਾ ਸਾਡੇ ਨਾਲ ਰਹਿਣਾ ਜਦੋਂ ਸਾਨੂੰ ਦਾਤ ਮਿਲ ਗਈ। ਮਹਾਰਾਜ ਜੋ ਫਰਮਾਉਂਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬਈ ਉਹ ਜੋ ਗੁਰੂ ਹੈ, ਨਾਮ ਸ਼ਬਦ ਗੁਰੂ, ਉਹ ਸਦਾ ਮੇਰੇ ਨਾਲ ਹੈ। ਚਾਹੇ ਮੈਂ ਇਸ ਲੋਕ ਦੇ ਵਿੱਚ ਚਲਾ ਜਾਵਾਂ, ਜਿੱਥੇ ਮਰਜ਼ੀ ਹੋ, ਉੱਥੇ ਵੀ ਗੁਰੂ ਨਾਲ ਹੈ, ਅਤੇ ਜਦੋਂ ਇਹ ਦੇਹ ਨੂੰ ਛੱਡਾਂਗੇ ਪਰਲੋਕ ਦੇ ਵਿੱਚ, ਉੱਥੇ ਵੀ ਗੁਰੂ ਨਾਲ। ਹੁਣ ਉਹ ਦਾਤ ਆਪਾਂ ਨੂੰ ਗੁਰੂ ਨਾਨਕ ਦੇ ਘਰ ਤੋਂ ਮਿਲਦੀ ਨਾਮ ਦੀ, ਅਤੇ ਉਹ ਦਾਤ ਅਸੀਂ ਲੈਣੀ ਸਤਿਗੁਰਾਂ ਤੋਂ ਆ ਕੇ। ਉਹ ਦਾਤ ਲੈਣ ਦੇ ਨਾਲ ਸਾਡੇ ਮਨ ਨੂੰ ਸਬਰ ਆਉਣਾ, ਸਾਡੇ ਮਨ ਨੂੰ ਸੰਤੋਖ ਆਉਣਾ, ਉਹਦੇ ਨਾਲ ਅਸੀਂ ਸਦਾ ਸੁਖੀ ਹੋਣਾ। ਹੋਰ ਸੰਸਾਰ ਦੀਆਂ ਜਿਹੜੀਆਂ ਦਾਤਾਂ ਜਿਨ੍ਹਾਂ ਨੂੰ ਅਸੀਂ ਸਮਝਦੇ, ਇਹਦੇ ਨਾਲ ਕੋਈ ਸਦਾ ਸੁਖੀ ਨਹੀਂ ਹੋਏ। ਜੇ ਅਸੀਂ ਆਖੀਏ ਵੀ ਧੀਆਂ ਪੁੱਤਰਾਂ ਦੀ ਸਾਨੂੰ ਦਾਤ ਮਿਲ ਜੇ, ਕੀ ਇਹਦੇ ਨਾਲ ਅਸੀਂ ਸਦਾ ਸੁਖੀ ਹੋ ਜਾਵਾਂਗੇ? ਜਾਂ ਅਸੀਂ ਆਖੀਏ ਵੀ ਸਾਡਾ ਕਾਰੋਬਾਰ ਬਹੁਤ ਲੰਮਾ ਚੌੜਾ ਹੋ ਜੇ, ਕੀ ਉਹਦੇ ਨਾਲ ਸਾਨੂੰ ਆਤਮਿਕ ਸੁੱਖ ਮਿਲੇਗਾ? ਜਾਂ ਅਸੀਂ ਕਹਿੰਦੇ ਵੀ ਸਾਡਾ ਜ਼ਮੀਨ ਜਾਇਦਾਦ ਬਹੁਤ ਹੋ ਜਾਵੇ, ਸਾਡਾ ਘਰ-ਬਾਰ ਬਹੁਤ ਵੱਡਾ ਹੋਵੇ, ਅਤੇ ਉਹਦੇ ਨਾਲ ਕੀ ਸਾਡੇ ਮਨ ਨੂੰ ਸ਼ਾਂਤੀ ਆਏਗੀ?
ਇਹ ਸਾਰਾ ਕੁਛ ਜਿਨ੍ਹਾਂ ਕੋਲ ਹੈਗਾ, ਅਤੇ ਆਪਾਂ ਜੇ ਉਹਨਾਂ ਵੱਲ ਦੇਖੀਏ ਵੀ ਉਹਨਾਂ ਦੇ ਮਨਾਂ ਨੂੰ ਕਿੰਨੀ ਕੁ ਸ਼ਾਂਤੀ। ਉਹਨਾਂ ਦੇ ਮਨ ਤਾਂ ਬਹੁਤ ਕਲਪਦੇ ਨੇ, ਪਰ ਇਹ ਸਾਨੂੰ ਭਰਮ ਬਣਿਆ ਹੋਇਆ। ਇਹ ਸਾਨੂੰ ਉਦੋਂ ਨਜ਼ਰ ਆਉਂਦਾ ਜਦੋਂ ਅਸੀਂ ਸਤਿਗੁਰਾਂ ਤੋਂ ਗਿਆਨ ਲੈਂਦੇ। ਜਦੋਂ ਇਹ ਗਿਆਨ ਦਾ ਅੰਜਨ ਸੁਰਮਾ ਸਾਡੇ ਗੁਰੂ ਨੇਤਰਾਂ 'ਚ ਪਾਉਂਦਾ ਹੈ, ਫਿਰ ਇਹ ਸਾਨੂੰ ਚੀਜ਼ ਦਿਖਾਈ ਦਿੰਦੀ ਵੀ ਨਾਮ ਤੋਂ ਬਿਨਾਂ ਕੋਈ ਜੀਵ ਸੁਖੀ ਨਹੀਂ। ਜੇ ਹੁਣ ਸਾਡੇ ਨੇਤਰਾਂ 'ਚ ਗਿਆਨ ਦਾ ਸੁਰਮਾ ਨਹੀਂ ਤਾਂ ਸਾਨੂੰ ਭਰਮ ਹੈ ਬਈ ਮੈਂ ਤਾਂ ਦੁਖੀ ਹਾਂ ਕਿਉਂਕਿ ਮੇਰੇ ਕੋਲ ਮਾਇਆ ਨਹੀਂ। ਜਿਹਦੇ ਕੋਲ ਹੈਗੀ ਉਹ ਸੁਖੀ ਹੋਏ, ਉਹ ਸਾਨੂੰ ਭਰਮ ਬਣਿਆ ਹੋਇਆ ਵੀ ਜਿਹਦੇ ਕੋਲ ਜ਼ਿਆਦਾ ਪਦਾਰਥ ਨੇ ਵੀ ਉਹ ਬਹੁਤ ਸੁਖੀ ਹੈ ਜੀ, ਮੇਰੇ ਕੋਲ ਨਹੀਂ ਹੈ ਮੈਂ ਤਾਂ ਕਰਕੇ ਦੁਖੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਇਹ ਸਾਨੂੰ ਭੇਤ ਉਦੋਂ ਖੁੱਲ੍ਹਦਾ ਜਦੋਂ ਅਸੀਂ ਸਤਿਗੁਰਾਂ ਤੋਂ ਜੋ ਸਾਨੂੰ ਗਿਆਨ ਦੇ ਰਹੇ ਬ੍ਰਹਮ ਦਾ, ਜਦੋਂ ਇਹ ਗਿਆਨ ਅਸੀਂ ਲਵਾਂਗੇ ਗੁਰੂ ਪਾਸੋਂ, ਸਾਡੇ ਨੇਤਰਾਂ 'ਚੋਂ ਸੁਰਮਾ ਪਾਉਣਗੇ ਗਿਆਨ ਦਾ ਅੰਜਨ, ਫਿਰ ਇਹ ਅਗਿਆਨਤਾ ਦਾ ਹਨੇਰਾ ਮਿਟਣਾ। ਮਹਾਰਾਜ ਫਰਮਾਉਂਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਅਸੀਂ ਗਿਆਨ ਦੀਆਂ ਫਿਰ ਐਨਕਾਂ ਲਾਉਂਦੇ, ਫਿਰ ਜਦੋਂ ਅਸੀਂ ਦੇਖਦੇ ਹਾਂ ਅਤੇ ਫਿਰ ਸਾਨੂੰ ਪਤਾ ਲੱਗਦਾ ਜੋ ਮਹਾਰਾਜ ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਬਈ ਅਸੀਂ ਸਾਰਾ ਸੰਸਾਰ ਦੇਖ ਲਿਆ, ਤੇਰੇ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ। ਇਹਦਾ ਭੇਦ ਇਹ ਸਾਡੇ ਮੰਨ ਜਾਵੇ ਇਸ ਗੱਲ ਨੂੰ, ਉਹ ਫਿਰ ਤਾਂ ਮੰਨਦਾ ਜਦੋਂ ਸਾਨੂੰ ਗਿਆਨ ਹੁੰਦਾ, ਸੋਝੀ ਆਉਂਦੀ, ਅਸੀਂ ਗੁਰੂ ਦੀ ਮੱਤ ਲੈਂਦੀ। ਨਹੀਂ ਤਾਂ ਇਹ ਮਨ ਮੰਨਦਾ ਨਹੀਂ। ਇਹਨੂੰ ਐਸਾ ਭਰਮ ਬਣਿਆ ਹੋਇਆ, ਇਹ ਸਮਝਦਾ ਵੀ ਹੋਰ ਨਹੀਂ ਸੁਖੀ ਹੋਇਆ ਹੋਣਾ, ਬਈ ਮੈਂ ਤਾਂ ਸੁਖੀ ਹੋ ਜੂੰ ਜੇ ਮੈਨੂੰ ਆਹ ਚੀਜ਼ ਮਿਲ ਜੂ। ਜਿਹਨੂੰ ਮਿਲ ਗਈ, ਜਿਹਦੇ ਕੋਲ ਹੈ ਉਹ ਸੁਖੀ ਨਹੀਂ ਹੈ, ਉਹ ਦੁਖੀ। ਮਹਾਰਾਜ ਤਾਈਆਂ ਫਿਰ ਸਾਨੂੰ ਸਮਝਾਉਂਦੇ ਵੀ ਇਹ ਭੇਦ ਲੈਣ ਵਾਸਤੇ, ਸੋਝੀ ਲੈਣ ਵਾਸਤੇ ਤਾਂ ਅਸੀਂ ਸਤ ਸੰਗਤ ਦੇ ਵਿੱਚ ਆਉਣਾ। ਬਈ ਅਸੀਂ ਕਿਵੇਂ ਸੁਖੀ ਹੋਈਏ ਸੰਸਾਰੀ ਪਦਾਰਥਾਂ ਦੇ ਨਾਲ। ਤਾਂ ਮਹਾਰਾਜ ਕਹਿੰਦੇ ਵੀ ਚਾਹੇ ਕਿਸੇ ਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਵੀ ਦਿੱਤਾ ਜਾਵੇ, ਹੁਣ ਉਹ ਰਾਜਾ ਵੀ ਦੁਖੀ। ਹੁਣ ਰਾਜੇ ਕੋਲ ਕੋਈ ਪਦਾਰਥਾਂ ਦੀ ਥੋੜ੍ਹੀ ਕਮੀ, ਉਹਦੇ ਕੋਲ ਸਾਰਾ ਕੁਛ ਮੌਜੂਦ, ਪਰ ਫਿਰ ਵੀ ਉਹ ਦੁਖੀ ਹੈ। ਦੁੱਖ ਦਾ ਕਾਰਨ ਇਹ ਨਹੀਂ ਹੈ ਬਈ ਸੰਸਾਰ ਦੇ ਸਾਡੇ ਕੋਲ ਪਦਾਰਥ ਨਹੀਂ ਅਸੀਂ ਤਾਂ ਦੁਖੀ। ਦੁੱਖ ਦਾ ਕਾਰਨ ਇਹ ਹੈ ਵੀ ਅਸੀਂ ਪਰਮਾਤਮਾ ਨੂੰ ਭੁੱਲੇ ਬੈਠੇ। ਦੁੱਖ ਦਾ ਕਾਰਨ ਹੈ ਵੀ ਅਸੀਂ ਨਾਮ ਤੋਂ ਟੁੱਟੇ ਹੋਏ ਹਾਂ, ਤਾਂ ਕਰਕੇ ਅਸੀਂ ਦੁਖੀ ਹਾਂ। ਦੁੱਖ ਦਾ ਕਾਰਨ ਹੈ ਵੀ ਅਸੀਂ ਆਪਦੀ ਮੱਤ ਵਰਤਦੇ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ, ਕਹਿੰਦੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਹੈ। ਬਈ ਸਾਰੀ ਸ੍ਰਿਸ਼ਟੀ ਦਾ ਜਿਹੜਾ ਰਾਜਾ, ਉਹ ਰਾਜਾ ਵੀ ਦੁਖੀ ਹੈ। ਸੁਖੀ ਉਹ ਤਾਂ ਹੀ ਹੋਏਗਾ ਜੇ ਉਹ ਆਸੇ ਮਨ ਕਰੇ, ਜਿਹੜਾ ਆਪਾਂ ਕਰਦੇ। ਹਰ ਕਾ ਨਾਮ ਜਪਤ ਹੋਏ ਸੁਖੀ ਹੈ। ਜੇ ਤਾਂ ਉਹ ਸਿਮਰਨ ਕਰੇਗਾ ਤਾਂ ਉਹਨੂੰ ਮਨ ਨੂੰ ਸੁੱਖ ਮਿਲੇਗਾ, ਨਹੀਂ ਤਾਂ ਉਹਨੂੰ ਸੁੱਖ ਨਹੀਂ। ਉਹਦੇ ਮਨ ਨੂੰ ਕਦੇ ਸ਼ਾਂਤੀ ਨਹੀਂ ਆਉਣੀ, ਉਹਦੇ ਮਨ ਨੇ ਜਲਦਾ ਹੀ ਰਹਿਣਾ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸੁੱਖ ਹੈ ਜਿਹੜਾ ਉਹ ਮਾਲਕ ਦੇ ਨਾਮ ਦੇ ਵਿੱਚ, ਸੁੱਖ ਹੈ ਜਿਹੜਾ ਪਰਮਾਤਮਾ ਦੀ ਭਗਤੀ ਦੇ ਵਿੱਚ, ਉਹਦੇ ਗੁਣ ਗਾਉਣ ਦੇ ਵਿੱਚ। ਹੋਰ ਸੁੱਖ ਨਹੀਂ, ਚਾਹੇ ਅਸੀਂ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਈਏ। ਮਹਾਰਾਜ ਕਹਿੰਦੇ ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਤ ਨਾਟੇ, ਸੁੱਖ ਨਾ ਹੀ ਬਹੁਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਬਈ ਜਿੰਨਾ ਮਰਜ਼ੀ ਜੀਵ ਧਨ ਇਕੱਠਾ ਕਰ ਲਏ, ਜਿੰਨਾ ਮਰਜ਼ੀ ਸੰਸਾਰ ਦੇ ਨਾਟਕ ਚੇਟਕ ਦੇਖ ਲਏ, ਜਿੰਨਾ ਮਰਜ਼ੀ ਸੰਸਾਰ ਦੇ ਪਦਾਰਥ ਇਕੱਠੇ ਕਰ ਲਏ, ਉਹਨੂੰ ਸੁੱਖ ਨਹੀਂ ਮਿਲਦਾ।
ਸੁੱਖ ਫੇਰ ਮਿਲਣਾ ਜੇ ਉਹ ਮਾਲਕ ਦੇ ਗੁਣ ਗਾਵੇ, ਜੇ ਉਹਦਾ ਸਿਮਰਨ ਕਰੇ ਤਾਂ ਉਹਦੇ ਮਨ ਨੂੰ ਸੁੱਖ ਮਿਲੇ, ਉਹਨੂੰ ਸ਼ਾਂਤੀ ਆਵੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਇਹ ਜੀਵਨ ਦੀ ਜਾਂਚ ਦੱਸੀ ਸਤਿਗੁਰਾਂ ਨੇ, ਬਈ ਅਸੀਂ ਐਵੇਂ ਨਾ ਭਰਮ ਦੇ ਵਿੱਚ ਹੀ ਭੱਜੇ ਫਿਰਦੇ ਰਹੀਏ ਬਾਹਰ ਹੀ, ਬਈ ਸਾਨੂੰ ਸੁੱਖ ਮਿਲੇਗਾ ਬਾਹਰੋਂ ਅਤੇ ਅਸੀਂ ਸਾਰੀ ਉਮਰ ਦੌੜਦੇ ਰਹੀਏ, ਦੌੜ ਦੌੜ ਕੇ ਸਾਡਾ ਸਮਾਂ ਖਤਮ ਹੋ ਜੇ ਅਤੇ ਸਾਨੂੰ ਸੁੱਖ ਫੇਰ ਨਾ ਮਿਲੇ, ਸ਼ਾਂਤੀ ਫੇਰ ਨਾ ਮਿਲੇ। ਮਹਾਰਾਜ ਕਹਿੰਦੇ ਵੀ ਇਹ ਐਸਾ ਭਰਮ ਹੈ, ਜਿਵੇਂ ਆਪਾਂ ਦੇਖਦੇ ਹਾਂ ਬਾਹਰ, ਬਈ ਆਪਾਂ ਨੂੰ ਦੂਰ ਜਦੋਂ ਦੇਖਦੇ ਲੱਗਦਾ ਵੀ ਧਰਤੀ ਅਤੇ ਅਸਮਾਨ ਜਿਹੜੇ ਉਹ ਮਿਲਦੇ ਹੋਣਗੇ ਆਪਸ ਵਿੱਚ। ਆਪਾਂ ਦੇਖਦੇ ਨਾ ਜਦੋਂ ਦੂਰ ਦੇਖਦੇ ਆਪਾਂ ਨੂੰ ਲੱਗਦਾ ਵੀ ਉਹ ਨੀਵੇਂ ਹੁੰਦੇ ਨੇ, ਪਰ ਆਪਾਂ ਚਾਹੇ ਸਾਰੀ ਉਮਰ ਦੌੜਦੇ ਰਹੀਏ ਭੱਜਦੇ ਰਹੀਏ ਅਤੇ ਉਹ ਮਿਲਦੇ ਨਹੀਂ, ਕਿਉਂਕਿ ਉਹ ਸਿਰਫ ਸਾਨੂੰ ਲੱਗਦਾ ਭੁਲੇਖਾ। ਔਰ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਪਦਾਰਥ ਮਾਇਆ, ਜਿਹਦੇ ਮਗਰ ਜੀਵ ਭੱਜਦਾ, ਉਹਨੂੰ ਲੱਗਦਾ ਵੀ ਮੈਨੂੰ ਅੱਜ ਨਹੀਂ ਸੁੱਖ ਮਿਲਿਆ ਅਤੇ ਜਦੋਂ ਮੈਂ ਆਹ ਇਕੱਠਾ ਕਰ ਲੂੰ ਮੈਂ ਫਿਰ ਸੁਖੀ ਹੋ ਜਾ। ਉਹ ਫਿਰ ਦੌੜਦਾ, ਜਿਉਂ-ਜਿਉਂ ਦੌੜੀ ਜਾਂਦਾ ਉਹ ਤਿਉਂ-ਤਿਉਂ ਜਿਵੇਂ ਬੱਦਲ ਅੱਗੇ ਦੀ ਅੱਗੇ ਹੋਈ ਜਾਂਦੀ। ਉਹ ਇਸੇ ਤਰ੍ਹਾਂ ਹੀ ਇੱਧਰ ਸੰਸਾਰ ਦੇ ਵਿੱਚ ਇਹਨੂੰ ਮਿਰਗ ਤ੍ਰਿਸ਼ਨਾ ਕਹਿੰਦੇ, ਮਾਇਆ ਨੂੰ। ਇਹਨੂੰ ਹਰ ਚੰਦੌਰੀ ਕਹਿੰਦੇ, ਇਹਨੂੰ ਗੰਧਰਵ ਨਗਰੀ ਕਹਿੰਦੇ। ਜਿਵੇਂ ਮਿਰਗ ਮਾਰੂ ਥਲ ਦੇ ਵਿੱਚ ਉਹ ਪਿਆਸਾ, ਅਤੇ ਜਦੋਂ ਸੂਰਜ ਦੀ ਰੋਸ਼ਨੀ ਕਿਰਨਾਂ ਉਹ ਰੇਤੇ 'ਤੇ ਪੈਂਦੀਆਂ ਅਤੇ ਉਹਨੂੰ ਲੱਗਦਾ ਵੀ ਉਹ ਪਾਣੀ, ਉਹ ਦੌੜਦਾ, ਪਰ ਉਹ ਪਾਣੀ ਹੁੰਦਾ ਨਹੀਂ। ਜਦੋਂ ਉੱਥੇ ਜਾਂਦਾ ਉਹ ਪਾਣੀ ਗਾਂਹ ਹੋ ਜਾਂਦਾ, ਉਹਨੂੰ ਲੱਗਦਾ ਵੀ ਰੱਖੀ, ਉਹ ਗਾਂਹ ਦੀ ਗਾਂਹ ਵੱਧਦਾ ਜਾਂਦਾ, ਅਤੇ ਹਾਲਾਂਕਿ ਉਹ ਹੁੰਦਾ ਨਹੀਂ ਹੈ, ਉਹਨੂੰ ਸਿਰਫ ਉਹ ਭੁਲੇਖਾ। ਜਿੰਨਾ ਉਹ ਦੌੜਦਾ ਉਹਦੀ ਪਿਆਸ ਹੋਰ ਵੱਧਦੀ, ਅਖੀਰ ਨੂੰ ਦੌੜ ਦੌੜ ਕੇ ਥੱਕ ਜਾਂਦਾ ਅਤੇ ਦੇਹ ਛੱਡ ਜਾਂਦਾ, ਪਰ ਉਹਨੂੰ ਪਾਣੀ ਨਹੀਂ ਨਸੀਬ ਹੁੰਦਾ, ਕਿਉਂਕਿ ਉਹ ਪਾਣੀ ਉੱਥੇ ਹੁੰਦਾ ਹੀ ਨਹੀਂ। ਔਰ ਇਸੇ ਤਰ੍ਹਾਂ ਹੀ ਇਹ ਸੰਸਾਰ ਦੀ ਮਾਇਆ ਦੀ ਦੌੜ ਹੈ। ਜੀਵ ਸਾਰੀ ਉਮਰ ਦੌੜਦਾ ਰਹਿੰਦਾ, ਅੱਜ ਨਹੀਂ ਸੁੱਖ ਕੱਲ੍ਹ ਨੂੰ ਮਿਲ, ਅਜੇ ਨਹੀਂ ਤੇ ਗਾਂਹ ਮਿਲੂ। ਉਹ ਸਾਰੀ ਉਮਰ ਦੌੜਦਾ ਦੌੜਦਾ ਉਹ ਦਮ ਤੋੜ ਦਿੰਦਾ, ਅਤੇ ਉਹਦੇ ਮਨ ਨੂੰ ਫੇਰ ਨਹੀਂ ਸ਼ਾਂਤੀ ਆਉਂਦੀ, ਫੇਰ ਨਹੀਂ ਸੁੱਖ ਮਿਲਦਾ। ਇਹ ਮਹਾਰਾਜ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਾਰੀ ਉਮਰ ਅਸੀਂ ਦੌੜਦੇ ਹੀ ਨਾ ਰਹੀਏ। ਉਹ ਕਹਿੰਦੇ ਵੀ ਬੈਠ ਜਾਓ, ਵੀ ਤੁਸੀਂ ਘਰ ਬੈਠੋ ਸਹਿਜ ਦੇ ਵਿੱਚ, ਅਤੇ ਸੁੱਖ ਤਾਂ ਤੁਹਾਡੇ ਅੰਦਰ ਹੀ ਹੈ। ਹੁਣ ਆਪਾਂ ਨੂੰ ਸਤਿਗੁਰੂ ਕਹਿੰਦੇ ਜੇ ਸੁੱਖ ਲੈਣਾ ਤਾਂ ਬੈਠੋ, ਸੰਸਾਰ ਕਹਿੰਦਾ ਜੇ ਸੁੱਖ ਲੈਣਾ ਤਾਂ ਦੌੜੋ ਭੱਜੋ, ਭੱਜ ਦੌੜ ਕਰੋ, ਬੈਠਿਆਂ ਤੋਂ ਕੁਛ ਨਹੀਂ ਹੋਣਾ। ਸੰਸਾਰ ਦਾ ਜਿਹੜਾ ਖੇਲ ਹੈ ਸਾਰਾ ਪੁੱਠਾ ਚੱਲਦਾ, ਉਲਟ। ਹੁਣ ਆਪਾਂ ਮਨ ਨੂੰ ਬਿਠਾਉਣਾ ਵੀ ਸਾਡਾ ਜਿਹੜਾ ਮਨ ਹੈ ਉਹ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਕੇ ਬੈਠ ਜੀ। ਸੰਸਾਰੀ ਕਹਿੰਦਾ ਵੀ ਸੋਚੀ ਚੱਲੋ ਸੋਚੀ ਚੱਲੋ, ਵੀ ਸੋਚ ਸੋਚ ਕੇ ਵੀ ਕਿਵੇਂ ਕਰਨਾ ਇੱਧਰੋਂ ਇਕੱਠਾ, ਉਹ ਦੌੜੀ ਜਾਂਦਾ ਸੋਚਾਂ ਦੇ ਵਿੱਚ ਭੱਜਾ ਫਿਰਦਾ। ਸਰੀਰ ਕਰਕੇ ਚਾਹੇ ਉਹ ਬੈਠਾ ਹੀ ਹੈ, ਫਿਰ ਵੀ ਜਿਹੜੀ ਸੋਚ ਹੈ ਉਹਦੀ ਵਿਚਾਰ, ਉਹ ਵਿਚਾਰ ਨਹੀਂ ਰੁਕਦੇ, ਉਹ ਭੱਜਿਆ ਹੀ ਫਿਰਦਾ ਵਿਚਾਰਾਂ 'ਚ। ਹੌਲੀ ਵਿਚਾਰ ਹੀ ਦੁੱਖ ਨੇ। ਸਾਡੀ ਜਿਹੜੀ ਸੋਚ ਹੈ, ਸੋਚ ਹੀ ਸਾਡੀ ਦੁੱਖ ਹੈ। ਜੇ ਹੁਣ ਅਸੀਂ ਇਹ ਮਨ ਨੂੰ ਵਿਚਾਰਾਂ ਤੋਂ, ਸੋਚ ਤੋਂ ਰਹਿਤ ਕਰਤੀ ਅਤੇ ਸਾਨੂੰ ਕੋਈ ਦੁੱਖ ਨਹੀਂ, ਕਿਉਂਕਿ ਦੁੱਖ ਦਾ ਕਾਰਨ ਹੀ ਇਹ ਵਿਚਾਰ ਹੈ। ਹੁਣ ਇਕੱਲਾ ਜੀ ਬੈਠਾ, ਉਹ ਇਕੱਲਾ ਹੀ ਦੁਖੀ ਹੋਈ ਜਾਂਦਾ, ਕਿਉਂਕਿ ਉਹ ਅੰਦਰੋਂ ਵਿਚਾਰ ਲਈ ਜਾਂਦਾ, ਵਿਚਾਰਾਂ ਦੇ ਵਿੱਚ ਦੁਖੀ ਹੋਈ ਜਾਂਦਾ। ਹੁਣ ਜੇ ਅਸੀਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਈਏ ਫਿਰ ਸਾਡਾ ਮਨ ਸੁਖੀ ਹੋ ਜਾਂਦਾ। ਇਹ ਵਿਚਾਰ ਹੀ ਭਰਮ ਦਾ ਪੜਦਾ ਹੈ। ਵਿਚਾਰਾਂ ਨੂੰ ਹੀ ਕੂੜ ਦੀ ਪਾਲ ਕਹਿੰਦੇ, ਇਹਨੂੰ ਹੀ ਕਾਲ ਦਾ ਜਾਲ ਕਹਿੰਦੇ। ਵੀ ਸਾਡੇ ਅਤੇ ਪਰਮਾਤਮਾ ਦੇ ਵਿੱਚ ਜਿਹੜਾ ਜਾਲ ਪਿਆ ਹੋਇਆ ਇਹਨਾਂ ਵਿਚਾਰਾਂ ਦਾ, ਵਿਚਾਰਾਂ ਕਰਕੇ ਹੀ ਅਸੀਂ ਪਰਮਾਤਮਾ ਤੋਂ, ਵਾਹਿਗੁਰੂ ਤੋਂ ਦੂਰ ਹਾਂ। ਜੇ ਹੁਣ ਅਸੀਂ ਵਿਚਾਰਾਂ ਤੋਂ ਰਹਿਤ ਹੋ ਜਾਈਏ ਅਤੇ ਪਰਮਾਤਮਾ ਤਾਂ ਸਾਡੇ ਨਾਲ ਹੀ ਹੈ, ਉਹ ਤਾਂ ਹਾਜ਼ਰ ਹੈ ਹਰ ਸਮੇਂ।
ਤਾਈਓ ਮਹਾਰਾਜ ਸਾਨੂੰ ਸਮਝਾਉਂਦੇ ਨਾ, ਹਾਜ਼ਰਾ ਹਜੂਰ ਹੈ ਜ਼ਾਹਰਾ ਜ਼ਹੂਰ ਹੈ, ਵੀ ਉਹ ਤਾਂ ਸਦਾ ਹੀ ਹਾਜ਼ਰ ਨਾਜ਼ਰ। ਹੁਣ ਉਹ ਸਾਨੂੰ ਦੂਰ ਕਿਉਂ ਪ੍ਰਤੀਤ ਹੁੰਦਾ? ਕਿਉਂਕਿ ਅਸੀਂ ਵਿਚਾਰਾਂ 'ਚ, ਉਹ ਵਿਚਾਰਾਂ ਦੇ ਵਿੱਚ ਅਸੀਂ ਪਰਮਾਤਮਾ ਤੋਂ ਦੂਰ ਹਾਂ। ਉਹ ਵਿਚਾਰ ਸਾਨੂੰ ਦੂਰ ਲੈ ਜਾਂਦੇ। ਜਦੋਂ ਹੁਣ ਅਸੀਂ ਵਿਚਾਰਾਂ ਤੋਂ ਰਹਿਤ ਹੋ ਜਾਵਾਂਗੇ ਤੇ ਮਾਲਕ ਉਦੋਂ ਹੀ ਹਾਜ਼ਰ। ਔਰ ਇਸ ਵਾਸਤੇ ਕਹਿੰਦੇ ਵੀ ਇਹ ਵਿਚਾਰਾਂ ਦਾ ਜਾਲ ਹੈ ਜਿਹੜਾ, ਇਹ ਕਾਲ ਨੇ ਸਾਡੇ ਉੱਤੇ ਪਾਇਆ ਹੋਇਆ, ਸਾਡੇ ਇਹਨਾਂ ਨੇਤਰਾਂ 'ਤੇ, ਸਾਡੀਆਂ ਕੰਨਾਂ 'ਤੇ, ਸਾਡੀ ਰਸਨਾ 'ਤੇ, ਇਹ ਸਭ ਦੇ ਉੱਤੇ ਕਾਲ ਨੇ ਜਾਲ ਪਾ ਦਿੱਤਾ। ਮਹਾਰਾਜ ਫਰਮਾਉਂਦੇ, ਕਾਲ ਜਾਲ ਜੀਭਾ ਔਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਵੀ ਇਹ ਕਾਲ ਨੇ ਕਿੱਥੇ ਜਾਲ ਪਾਇਆ? ਸਾਡੇ ਨੇਤਰਾਂ 'ਤੇ, ਸਾਡੀ ਰਸਨਾ 'ਤੇ, ਸਾਡੀਆਂ ਕੰਨਾਂ 'ਤੇ, ਬਈ ਤਾਂ ਕਿ ਇਹਨਾਂ ਨੇਤਰਾਂ ਦੁਆਰਾ ਇਹ ਪਰਮਾਤਮਾ ਨੂੰ ਨਾ ਦੇਖ ਲੈਣ। ਇਸ ਲਈ ਨੇਤਰਾਂ 'ਤੇ ਜਾਲ ਪਾ ਦਿੱਤਾ। ਇਹ ਰਸਨਾ 'ਤੇ ਜਾਲ ਪਾ ਦਿੱਤਾ ਵੀ ਇਹਨਾਂ ਨੂੰ ਕਿਤੇ ਹਰ ਰਸ ਨਾ, ਇਹਨਾਂ ਨੂੰ ਕਿਤੇ ਅੰਮ੍ਰਿਤ ਨਾ ਆਉਣ ਲੱਗ ਜੇ। ਇਸ ਕਰਕੇ ਰਸਨਾ 'ਤੇ ਜਾਲ ਪਾ ਦਿਓ ਵੀ ਇਹ ਬਾਹਰੀ ਅਨਰਸ ਹੀ ਲੈਂਦੀ ਰਹੇ। ਇਹ ਕੰਨਾਂ 'ਤੇ ਜਾਲ ਪਾ ਦਿੱਤਾ ਵੀ ਇਹ ਕਿਤੇ ਪਰਮਾਤਮਾ ਦੀ ਬਾਣੀ ਨਾ ਸੁਣਨ ਲੱਗ ਜਾਣ, ਇਹ ਕਿਤੇ ਅੰਦਰੋਂ ਨਾਮ ਨੂੰ ਹੀ ਨਾ ਸੁਣਨ ਲੱਗ ਜਾਣ। ਇਸ ਕਰਕੇ ਇਹਦੇ 'ਤੇ ਜਾਲ ਪਾ ਦਿੱਤਾ ਵੀ ਇਹ ਬਾਹਰੀ ਆਵਾਜ਼ਾਂ ਹੀ ਸੁਣਦੇ ਰਹਿਣ ਸੰਸਾਰ 'ਚ। ਹੁਣ ਇਹ ਸਾਡੇ ਫਿਰ ਕਾਲ ਨੇ ਜਾਲ ਪਾਇਆ ਹੋਇਆ, ਅਤੇ ਜਾਲ ਪਾਇਆ ਵਿਚਾਰਾਂ 'ਚ, ਫੁਰਨਿਆਂ 'ਚ। ਹੁਣ ਇਹ ਜਾਲ ਨੂੰ ਕੱਟਣ ਵਾਸਤੇ ਇਹ ਜਿਹੜਾ ਆਪਾਂ ਸਿਮਰਨ ਅਭਿਆਸ ਹੈ ਇਹ ਕਰਦੇ। ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਅਭਿਆਸ ਕਰਦੇ ਹਾਂ, ਉਦੋਂ ਕਹਿੰਦੇ ਬਈ ਇਹ ਗੁਰਮੁਖ ਭਗਤਾਂ ਦੀ ਭੀੜ ਇਕੱਠੀ ਹੋ ਕੇ ਇਹ ਸਿਮਰਨ ਕਰਕੇ ਜਾਲ ਨੂੰ ਕੱਟ ਰਹੇ ਨੇ, ਜਮਾਂ ਦੀ ਫਾਹੀ ਨੂੰ ਕੱਟ ਰਹੇ ਨੇ। ਮਾਰੇ ਫਰਮਾਉਂਦੇ, ਭਗਵਤ ਭੀਰ ਸਖਤ ਸਿਮਰਨ ਕੀ, ਕਾਟੀ ਕਾਲ ਪੈ ਫਾਸੀ। ਬਈ ਅਸੀਂ ਇਕੱਠੇ ਹੋ ਕੇ ਕਾਲ ਦੇ ਜਾਲ ਨੂੰ ਕੱਟਣ। ਇਹ ਜਿਹੜੀ ਕੂੜ ਦੀ ਪਾਲ ਹੈ, ਕੂੜ ਦੀ ਪਾਲ ਦੀਵਾਰ ਨੂੰ ਤੋੜਨਾ। ਜੋ ਮਹਾਰਾਜ ਆਪਾਂ ਨੂੰ ਫਰਮਾਉਂਦੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਬਈ ਇਹ ਕੂੜ ਦੀ ਪਾਲ ਜਿਹੜੀ ਸਾਡੇ ਅਤੇ ਮਾਲਕ ਦੇ ਦਰਮਿਆਨ ਖੜੀ ਹੋ ਗਈ। ਹੌੜੇ ਪਾਲ ਦੀਵਾਰ ਹੈ ਜਿਹੜੀ, ਇਹਦੇ ਵਾਸਤੇ ਫਿਰ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਬਾਣ ਹੈ। ਮਹਾਰਾਜ ਕਹਿੰਦੇ ਜਦੋਂ ਇਹ ਬਾਣ ਮਾਰਾਂਗੇ ਅਤੇ ਫਿਰ ਇਹ ਦੀਵਾਰ ਟੁੱਟੇਗੀ। ਅਤੇ ਜਦੋਂ ਇਹ ਦੀਵਾਰ ਟੁੱਟ ਗਈ, ਸਾਡੇ ਮਨ ਦਾ ਜਿਹੜਾ ਵਾਸਾ ਉਹ ਨਿਸ਼ਚਲ ਥਿਰ ਘਰ ਦੇ ਵਿੱਚ ਹੋ ਜਾਣਾ। ਮੰਦਰ ਕੋਠੜੀ ਜਿਹਨੂੰ ਗੁਰਦੁਆਰਾ ਕਹਿੰਦੇ, ਜਿਹਨੂੰ ਸਹਿਜ ਗੁਫਾ ਕਹਿੰਦੇ, ਜਿਹਨੂੰ ਸ਼ੈਵਪੁਰੀ ਕਹਿੰਦੇ, ਸਾਡੇ ਮਨ ਦਾ ਵਾਸਾ ਉਹ ਸ਼ੈਵਪੁਰੀ ਦੇ ਵਿੱਚ ਹੋ ਜਾਣਾ ਜਦੋਂ ਅਸੀਂ ਇਹ ਦੀਵਾਰ ਨੂੰ ਤੋੜ ਦਾਂਗੇ। ਮਹਾਰਾਜ ਫਰਮਾਉਂਦੇ, ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਖਤ ਅੰਧੇਰ ਜੇਵੜੀ ਭਰਮ ਚੂਕਾ, ਨਿਹਚਲ ਸ਼ਿਵ ਘਰ ਵਾਸਾ। ਬਈ ਸਾਡੇ ਮਨ ਦਾ ਨਿਹਚਲ ਵਾਸਾ ਸਾਡੇ ਘਰ ਹੋ ਜਾਣਾ ਜਦੋਂ ਅਸੀਂ ਇਹ ਦੀਵਾਰ ਨੂੰ ਤੋੜ ਦਾਂਗੇ। ਆਓ ਹੁਣ ਇਸ ਦੀਵਾਰ ਨੂੰ ਤੋੜਨ ਵਾਸਤੇ ਗੁਰੂ ਦਾ ਸ਼ਬਦ ਹੈ ਜਿਹੜਾ ਇਹ ਬਾਣ ਹੈ। ਅਤੇ ਇਸ ਦੀਵਾਰ ਨੂੰ ਫਿਰ ਅਸੀਂ ਜਿਵੇਂ ਆਪਾਂ ਦੇਖਦੇ ਹਾਂ ਗੁਰਮੁਖ ਜਿਵੇਂ ਕੰਧ ਨੂੰ ਤੋੜਦੇ ਆਪਾਂ ਥੌੜਾ ਲੈ ਕੇ ਜਾਂ ਛੈਣੀ ਲੈ ਕੇ ਉਹਦਾ ਇਸਤੇਮਾਲ ਕਰਦੇ ਅਤੇ ਫਿਰ ਮਾਰਦੇ ਅਤੇ ਉਹ ਕੰਧ ਨੂੰ ਤੋੜਦੇ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਇਹ ਬਾਣ ਹੈ। ਜਦੋਂ ਬਾਣ ਮਾਰਾਂਗੇ ਫਿਰ ਇਹ ਦੀਵਾਰ ਟੁੱਟੇਗੀ। ਜਦੋਂ ਦੀਵਾਰ ਟੁੱਟ ਗਈ ਅਤੇ ਅਸੀਂ ਆਪਦੇ ਘਰ ਚਲੇ ਜਾਵਾਂ। ਆਓ ਹੁਣ ਇਸ ਦੀਵਾਰ ਨੂੰ ਤੋੜਨ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਆਏ ਮੇਰੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਇਹਦੇ ਨਾਲ ਆਪਣਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੁੰਦਾ। ਫਿਰ ਇਹ ਜਿਹੜੀ ਕੂੜ ਦੀ ਪਾਲ ਦੀਵਾਰ ਹੈ ਫਿਰ ਹੀ ਟੁੱਟ ਜੀ। ਹੁਣ ਆਪਾਂ ਕੋਸ਼ਿਸ਼ ਕਰਨੀ ਇਹ ਦੀਵਾਰ ਨੂੰ ਤੋੜਨ ਵਾਸਤੇ ਵੱਧ ਤੋਂ ਵੱਧ ਇਹ ਆਪਾਂ ਅਭਿਆਸ ਕਰਨਾ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਚੱਲਦੇ ਫਿਰਦੇ ਵੀ, ਤਾਂ ਕਿ ਦੀਵਾਰ ਅਸੀਂ ਤੋੜ ਦਈਏ ਕਿਤੇ ਵਿੱਚ ਦੀਵਾਰ ਖੜੀ ਨਾ ਰਹੇ। ਜਦੋਂ ਅਸੀਂ ਲਗਾਤਾਰ ਅਭਿਆਸ ਕਰਾਂਗੇ ਫਿਰ ਇਹ ਦੀਵਾਰ ਨਹੀਂ ਟੁੱਟਣ। ਜੇ ਅਸੀਂ ਮੰਨ ਲਓ ਥੋੜ੍ਹੀ ਜਿਹੀ ਦੀਵਾਰ ਤੋੜੀ ਤੇ ਖੜੀ ਕਰਨ ਵਾਲੇ 5 ਨੇ, ਤੋੜਨ ਵਾਲੇ ਆਪਾਂ ਇਕੱਲੇ ਹਾਂ ਮਨ, ਤੇ ਬਣਾਉਣ ਵਾਲੇ 5 ਨੇ, ਤੇ ਇਹਨਾਂ ਨੇ ਫਿਰ ਪੱਕੀ ਕਰ ਦੇਣੀ। ਸੋ ਇਸ ਵਾਸਤੇ ਆਪਾਂ ਕੋਸ਼ਿਸ਼ ਕਰਨੀ ਵੀ ਇਹਨੂੰ ਢਾਈ ਦੇਈਏ। ਜਦ ਤੱਕ ਢਹਿੰਦੀ ਨਹੀਂ ਉਹਨਾਂ ਸਮਾਂ ਅਸੀਂ ਰੁਕਣਾ ਨਹੀਂ। ਵੀ ਅਸੀਂ ਲਗਾਤਾਰ ਅਭਿਆਸ ਕੀਤੀ ਜਾਣਾ ਹੁੰਦਾ ਵੀ, ਤਾਂ ਕਿ ਦੀਵਾਰ ਢਹਿ ਜਾਵੇ ਤੇ ਸਾਡੇ ਮਨ ਦਾ ਵਾਸਾ ਜਿਹੜਾ ਆਪਣੇ ਨਿਸ਼ਚਲ ਘਰ ਪੁੱਛੇ। ਤੇ ਜਦੋਂ ਅਸੀਂ ਆਪਦੇ ਘਰ ਚਲੇ ਗਏ, ਘਰ ਦੇ ਵਿੱਚ ਤਾਂ ਸੁੱਖ ਹੈਗਾ ਹੀ, ਆਨੰਦ ਹੈਗਾ ਹੀ। ਫਿਰ ਉੱਥੇ ਦੀ ਇਹ ਗੁਰਬਾਣੀ ਗੁਰੂ ਸਾਡੇ ਘਰ ਦੀ ਗੱਲ ਕਰਦੇ ਵੀ, ਜੇ ਤੁਸੀਂ ਸੁੱਖ ਲੈਣਾ ਤੇ ਆਪਦੇ ਘਰ ਰਹੋ, ਦੁੱਖ ਪਰ ਹਰ ਸੁੱਖ ਘਰ ਲੈ ਜਾਏ।
ਜਦੋਂ ਅਸੀਂ ਆਪਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਾਂਗੇ, ਸਾਨੂੰ ਆਪਦੇ ਘਰ ਦਾ ਗਿਆਨ ਹੋ ਜੇ, ਸਾਨੂੰ ਘਰ ਦੀ ਸੋਝੀ ਹੋ ਜੇਗੀ। ਜਦੋਂ ਅਸੀਂ ਚੌਥੇ ਪਦ ਵਿੱਚ ਰਹਿਣਾ ਸ਼ੁਰੂ ਕਰ ਦਾਂਗੇ, ਸਾਨੂੰ ਗੁਰਬਾਣੀ ਗੁਰੂ ਦੀ ਸੋਝੀ ਆ ਜੇਗੀ। ਜਿਸੇ ਦੀ ਗੁਰਬਾਣੀ ਗੁਰੂ ਵਿਚਾਰ ਕਰਦੇ ਜਦੋਂ ਅਸੀਂ ਉੱਥੇ ਰਵਾਂਗੇ, ਸਾਨੂੰ ਗੁਰਬਾਣੀ ਦੀ ਫਿਰ ਸਮਝ ਲੱਗਣ ਲੱਗ ਜਾਂਦੀ ਵੀ ਇੱਥੇ ਦੀ ਸਤਿਗੁਰੂ ਗੱਲ ਕਰਦੀ ਬਈ ਜੋ ਅਸੀਂ ਪੜ੍ਹਦੇ ਹਾਂ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ। ਔਰ ਉਹ ਆਨੰਦ ਨੂੰ ਅਸੀਂ ਫੇਰ ਹੀ ਜਾਣ ਸਕਦੇ ਜਦੋਂ ਅਸੀਂ ਉੱਥੇ ਗੁਰਦੁਆਰੇ 'ਚ ਜਾਵਾਂਗੇ। ਜਦੋਂ ਅਸੀਂ ਆਪਦੇ ਘਰ ਜਾਵਾਂਗੇ ਫੇਰ ਹੀ ਅਸੀਂ ਉਹ ਆਨੰਦ ਨੂੰ ਜਾਣ ਸਕਦੇ ਹਾਂ, ਫੇਰ ਹੀ ਕਹਾਂਗੇ ਵੀ ਹਾਂ ਇੱਥੇ ਆਨੰਦ। ਜੇ ਹੁਣ ਅਸੀਂ ਆਪਦੇ ਘਰ ਗਏ ਨਹੀਂ ਅਤੇ ਸਾਨੂੰ ਪਤਾ ਨਹੀਂ ਵੀ ਉਹ ਆਨੰਦ ਕਿੱਥੇ। ਸੋ ਇਸ ਵਾਸਤੇ ਕਹਿੰਦੇ ਵੀ ਜੇ ਉਹ ਆਨੰਦ ਲੈਣਾ ਤਾਂ ਫਿਰ ਤੁਸੀਂ ਘਰ ਆਵੋ ਆਪਣੇ ਵਾਪਸ। ਘਰ ਜਾਣ ਵਾਸਤੇ ਇਹ ਆਪਾਂ ਨੂੰ ਸਿਮਰਨ ਕਰਨਾ ਪੈਣਾ, ਨਾਲ ਨਾਲ ਸਿਮਰਨ ਦੇ ਮਨ ਨੂੰ ਗੁਰੂ ਦੀ ਮੱਤ ਗਿਆਨ ਦੇਣਾ ਪੈਣਾ, ਫਿਰ ਇਹ ਸਾਡਾ ਮਨ ਵਾਪਸ ਘਰ ਜਾਂਦਾ। ਮਹਾਰਾਜ ਫਰਮਾਉਂਦੇ ਮਨੂਆ ਕਿਉਂ ਘਰ ਵਾਸਾ ਵੀ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਹੌਲੀ ਆਪਾਂ ਨਾਲ ਨਾਲ ਸਿਮਰਨ ਦੇ ਨਾਲ ਨਾਲ ਮਨ ਨੂੰ ਗਿਆਨ ਦੀ ਮੱਤ, ਗੁਰੂ ਦੀ ਮੱਤ ਦੇਣੀ। ਜੋ ਸਤਿਗੁਰੂ ਸਾਨੂੰ ਇਹ ਬ੍ਰਹਮ ਦਾ ਗਿਆਨ ਦੇ ਰਹੇ, ਉਹ ਗਿਆਨ ਲੈਣਾ, ਸੋਝੀ ਲੈਣੀ ਨਾਲ ਨਾਲ। ਅਤੇ ਉਹਦੇ ਵਾਸਤੇ ਫਿਰ ਇਹ ਸਤ ਸੰਗਤ, ਜਿੰਨੀ ਆਪਾਂ ਸਤ ਸੰਗਤ ਕਰਾਂਗੇ ਓਨੀ ਸਾਨੂੰ ਸੋਝੀ ਆਏਗੀ, ਸਾਡੇ ਮਨ ਨੂੰ ਗਿਆਨ ਹੋਏਗਾ। ਜਿੰਨਾ ਇਹਨੂੰ ਗਿਆਨ ਹੋਏਗਾ ਫਿਰ ਓਨਾ ਹੀ ਰੁਕੇਗਾ ਵਿਚਾਰਾਂ 'ਚ। ਮਹਾਰਾਜ ਸਾਨੂੰ ਸਮਝਾਉਂਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵੀ ਜੇ ਸਾਨੂੰ ਗਿਆਨ ਹੋਏਗਾ ਤਾਂ ਗਿਆਨ ਦੁਆਰਾ ਇਹਨੂੰ ਬੰਨ੍ਹ ਦਾਂਗੇ, ਜੇ ਬੰਨਿਆ ਹੋਏਗਾ ਤਾਂ ਭੱਜ ਨਹੀਂ ਸਕਦੇ। ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹ ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਗਿਆਨ ਆਪਾਂ ਨੂੰ ਦ੍ਰਿੜ ਹੋ ਜੀ ਸਾਡੇ ਮਨ ਨੂੰ। ਅਤੇ ਇਸ ਗਿਆਨ ਨੂੰ ਕਮਾ ਕੇ ਆਪਾਂ ਵੀ ਆਪਦੇ ਘਰ 'ਚ ਵਸੀਏ ਅਤੇ ਆਪਦੇ ਘਰ ਦਾ ਸੁੱਖ ਲਈਏ, ਆਨੰਦ ਲਈਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਏ।